ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਇਸ ਵੇਲੇ ਕਿਸਾਨੀ ਮੋਰਚੇ ਵਿੱਚ ਕੱਲ ਪਰਸੋਂ ਦੀ ਇੱਕ ਕਸ਼ਮਕਸ਼ ਚੱਲ ਰਹੀ ਆ ਤੇ ਨੌਜਵਾਨ ਇੱਕ ਮੰਗ ਕਰ ਰਹੇ ਆ ਕਿ ਸਾਨੂੰ ਮਈ ਦਾ ਪ੍ਰੋਗਰਾਮ ਜਿਹੜਾ ਆ ਉਹ ਜਥੇਬੰਦੀਆਂ ਕਲੀਅਰ ਕਰਕੇ ਕੁਝ ਦੱਸ ਨਹੀਂ ਰਹੀਆਂ। ਨੌਜਵਾਨਾਂ ਦੇ ਕੀ ਮਨਾਂ ਦੇ ਬਲਬਲੇ ਆ ਤੇ ਕਿਸਾਨ ਜਥੇਬੰਦੀਆਂ ਹਜੇ ਉਸ ਪ੍ਰੋਗਰਾਮ ਨੂੰ ਕਿਉਂ ਨਹੀਂ ਹਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਪਲਾਨ ਦੇ ਰਹੀਆਂ ਤੇ ਉਹਨਾਂ ਦੀਆਂ ਕੀ ਮਜਬੂਰੀਆਂ ਹਨ। ਇਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਰਦਾਰ ਮਨਜੀਤ ਸਿੰਘ ਰਾਏ ਜੋ ਇਸ 32 ਕਿਸਾਨ ਜਥੀਆਂ ਦੇ ਵਿੱਚ ਅਹਿਮ ਲੀਡਰ ਹਨ ਉਹ ਜੁੜ ਗਏ ਆ। ਉਹਨਾਂ ਨਾਲ ਕਰਦੇ ਗੱਲਬਾਤ ਕਿ ਸਾਰਾ ਕੀ ਮਾਜਰਾ। ਰਾਏ ਸਾਹਿਬ ਤੁਹਾਡਾ ਸਵਾਗਤ ਆ ਜੀ। ਬਹੁਤ ਬਹੁਤ ਸਵਾਗਤ ਜੀ। 2-3 ਦਿਨ ਤੋਂ ਨੌਜਵਾਨਾਂ ਦੇ ਵਿੱਚ ਜਾਂ ਹੋਰ ਕੁਝ ਲੋਕਾਂ ਦੇ ਵਿੱਚ ਇੱਕ ਅਸਮੰਜਸ ਬਣਿਆ ਹੋਇਆ। ਉਹ ਮੰਗ ਕਰ ਰਹੇ ਲੋਕ ਕਿ ਜਿਹੜਾ ਮਈ ਦਾ ਪ੍ਰੋਗਰਾਮ ਸਟੇਜਾਂ ਤੋਂ ਬਾਰ-ਬਾਰ ਲੀਡਰਾਂ ਨੇ ਐਲਾਨਿਆ ਸੀ ਵੀ ਉਹਦੀ ਕਲੈਰਿਟੀ ਨਹੀਂ ਹੋ ਰਹੀ ਵੀ ਉਹ ਕਰਨਾ ਆ ਜਾਂ ਨਹੀਂ ਕਰਨਾ ਜਾਂ ਕੀ ਮੈਪ ਰੋਡ ਬਣਿਆ ਆ। ਇਹ ਚੱਕਰ ਕੀ ਆ? ਕੱਲ ਨੌਜਵਾਨਾਂ ਨੇ ਤੁਹਾਡਾ ਉੱਥੇ ਇਸ ਗੱਲ ਤੋਂ ਉਹਨੀ ਮੰਗ ਵੀ ਕੀਤੀ ਆ ਤੇ ਨੌਜਵਾਨਾਂ ਨੇ ਕਾਫੀ ਦੇਰ ਤੱਕ ਇਸ ਗੱਲ 'ਚ ਤੁਹਾਨੂੰ ਉਲਝਾਈ ਵੀ ਰੱਖਿਆ। ਇਹ ਕੀ ਸਾਰਾ ਮਾਜਰਾ ਕੀ ਹੈ? ਦਰਅਸਲ ਜਿਹੜਾ ਸੰਸਦ ਕੂਚ ਦਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਪਹਿਲਾਂ ਮੀਟਿੰਗ ਦੇ ਵਿੱਚ, ਉਸ ਤੋਂ ਬਾਅਦ ਕੁਛ ਆਗੂਆਂ ਨੇ ਆਪਣੇ ਲੈਵਲ ਤੇ ਸਟੇਜ ਤੋਂ ਕੁਝ ਬੋਲਣਾ ਸ਼ੁਰੂ ਕਰ ਦਿੱਤਾ। ਫਿਰ ਇਹ ਵਿਚਾਰ ਕੀਤੀ ਗਈ ਵੀ ਹੁਣ ਕਟਾਈ ਦਾ ਸਮਾਂ ਆ ਚੱਲ ਰਿਹਾ, ਸਾਡੀ ਸੰਖਿਆ ਜਿਹੜੀ ਆ ਉਹ ਪੂਰੀ, ਕਿਉਂਕਿ KMP ਤੇ ਜਿਸ ਦਿਨ ਕੀਤਾ ਉਸ ਦਿਨ ਜੋ ਅਸੀਂ ਸਮਝਦੇ ਸੀ ਜਿੰਨੀ ਸੰਖਿਆ ਜਾਣੀ ਚਾਹੀਦੀ ਸੀ ਉਨੀ ਗਈ ਨਹੀਂ। ਸੋ ਇਸ ਕਰਕੇ ਉਸ ਗੱਲ ਨੂੰ ਵੇਖਦੇ ਹੋਏ ਵੀ ਸੰਖਿਆ ਪੂਰੀ ਹੋਵੇ ਆਪਣੀ ਤੇ ਮਾਹੌਲ ਉਹੋ ਜਿਹਾ ਬਣ ਜਾਵੇ, ਕਿਉਂਕਿ ਹੁਣ ਦਿੱਲੀ ਦੇ ਵਿੱਚ ਇਹਨਾਂ ਨੇ NCR ਦੇ ਮੁੱਦੇ ਨੂੰ ਭੜਕਾਉਣ ਲਈ ਇਹਨਾਂ ਨੇ ਉਦੋਂ ਸਾਡੇ ਮੁਸਲਿਮ ਭਾਈਚਾਰੇ ਤੇ ਇਹ ਦੋਸ਼ ਲਾਤਾ ਕਿ ਇਹਨਾਂ ਨੇ ਕਰੋਨਾ ਫੈਲਾਤਾ, ਇਹਨੀ ਦਿੱਲੀ ਦੇ ਅੰਦਰ ਇਕੱਠ ਵੱਡਾ ਕਰਤਾ। ਹੁਣ ਵੀ ਦਿੱਲੀ ਦੇ ਵਿੱਚ ਨਹੀਂ ਲਾਕਡਾਊਨ ਕੀਤਾ ਹੋਇਆ। ਇਹ ਸਾਡੇ ਅੰਦੋਲਨ ਨੂੰ ਖਰਾਬ ਕਰਨ ਲਈ ਸਰਕਾਰ ਕਿਤੇ ਇਹ ਨਾ ਆਖੇ ਕਿ ਦਿੱਲੀ ਦੇ ਵਿੱਚ ਬਲਾਸਟ ਕਰਨ ਕਿਸਾਨ ਹੀ ਆ ਗਿਆ ਕਰੋਨਾ ਦਾ, ਕਰੋਨਾ ਇਹ ਲੈ ਕੇ ਆ ਗਏ, ਇਹਨਾਂ ਨੂੰ ਇੱਥੋਂ ਚੱਕੋ। ਉਹ ਸਾਰੀਆਂ ਸਥਿਤੀਆਂ ਨੂੰ ਧਿਆਨ 'ਚ ਰੱਖਦੇ ਹੋਏ ਵੀ ਮਾਹੌਲ ਸੁਖਾਵਾਂ ਹੋ ਜਾਵੇ, ਠੀਕ ਹੋ ਜਾਵੇ ਤੇ ਫਿਰ ਆਪਾਂ ਜਿਹੜਾ ਜਾਣਾ ਤੇ ਹੈਗਾ ਬਿਲਕੁਲ ਉਹਨੂੰ ਰੱਦ ਨਹੀਂ ਕੀਤਾ ਗਿਆ। ਇਹ ਵੀ ਜਿਹੜੀ ਖਬਰ ਚੱਲ ਪਈ ਸੀ ਇਹ ਬਹੁਤ ਮਤਲਬ ਗਲਤ ਖਬਰ ਚੱਲੀ ਆ ਵੀ ਰੱਦ ਕੀਤਾ ਗਿਆ। ਰੱਦ ਨਹੀਂ ਕੀਤਾ ਗਿਆ ਸੀ, ਉਹਨੂੰ ਅੱਗੇ ਵਧਾਇਆ ਗਿਆ ਕਿ ਆਪਾਂ ਮਾਹੌਲ ਨੂੰ ਠੀਕ ਪਹਿਲਾਂ ਕਰ ਲਈਏ, ਉਹਦੀ ਰੂਪ ਰੇਖਾ ਬਣਾ ਲਈਏ। ਜਦੋਂ ਉਹਦੀ ਰੂਪ ਰੇਖਾ ਆਪਣੀ ਇੱਕ ਚੰਗੀ ਬਣ ਜੂਗੀ, ਜਿਹੜਾ ਆਪਣਾ ਕਿਉਂ ਜਿਵੇਂ 26 ਨੂੰ ਨੌਜਵਾਨ ਆਪ ਮੁਹਾਰੇ ਹੋ ਕੇ ਚਲੇ ਗਏ, ਬੇਸ਼ੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਵਾਹਿਗੁਰੂ ਦੀ ਕਿਰਪਾ ਨਾਲ ਬਚਾ ਰਿਹਾ, ਪਰ ਕਿਤੇ ਉਸੇ ਤਰ੍ਹਾਂ ਸਾਡੇ ਕੰਟਰੋਲ ਤੋਂ ਬਾਹਰ ਨਾ ਜਾਵੇ। ਉਹਨੂੰ ਸਾਰੀ ਉਹਦੀ ਰੂਪ ਰੇਖਾ ਬਣਾ ਕੇ ਵਿਧੀਵਤ ਪੂਰਾ ਕਰਕੇ ਫਿਰ ਉਹਨੂੰ ਆਪਾਂ ਡੇਟ ਦਈਏ। ਤੇ ਨੌਜਵਾਨ ਥੋੜ੍ਹਾ ਜਿਹਾ, ਕਿਉਂਕਿ ਉਦੋਂ ਵੀ 26 ਨੂੰ ਵੀ ਕਾਲੇ ਸਨ ਵੀ ਆਪਾਂ ਜਲਦੀ ਕਰੋ ਐਕਸ਼ਨ ਪ੍ਰੋਗਰਾਮ ਦਿਓ। ਹੁਣ ਵੀ ਉਹ ਨੌਜਵਾਨਾਂ ਦੇ ਵਿੱਚ ਜੋਸ਼ ਹੈ। ਸਾਰੇ ਕੰਮ ਜੋਸ਼ ਨਾਲ ਨਹੀਂ, ਥੋੜ੍ਹਾ ਹੋਸ਼ ਨਾਲ ਵੀ ਚਲਾਉਣੇ ਪੈਂਦੇ ਆ। ਸੋ ਆਗੂਆਂ ਨੇ ਵਿਚਾਰਿਆ ਸੀ ਕਿ ਆਪਾਂ ਇਹਨੂੰ ਕਰਨਾ ਤਾਂ ਹੈ, ਬਿਲਕੁਲ ਸੰਸਦ ਜਿਹੜਾ ਕੂਚ ਕਰਨਾ ਹੈ, ਪਰ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਰੂਪ ਰੇਖਾ ਬਣਾ ਕੇ ਇਹਦੀ ਫਿਰ ਕੂਚ ਕੀਤਾ ਜਾਵੇ। ਇਸ ਕਰਕੇ ਹਲੇ ਡੇਟ ਨਹੀਂ ਅਨਾਉਂਸ ਕਰ ਰਹੇ ਤਾਂ ਨੌਜਵਾਨ ਜਿਹੜੇ ਆ ਉਹ ਜਿਹੜੇ ਤੱਤੇ ਨੇ, ਕਾਲੇ ਨੇ, ਉਹ ਕਹਿੰਦੇ ਨੇ ਜਲਦੀ ਕਰੋ। ਆਹ ਕਸ਼ਮਕਸ਼ ਸੀਗੀ। ਰਾਏ ਸਾਹਿਬ, ਗੱਲ ਇਹ ਹੈਗੀ ਵੀ ਜਿਨ੍ਹਾਂ ਲੋਕਾਂ ਦਾ ਖੇਤੀ ਦੇ ਨਾਲ ਸਿੱਧਾ ਕੋਈ ਸਰੋਕਾਰੀ ਹੈ ਨਹੀਂ, ਪਰ ਲੋਕਾਂ ਦੀਆਂ ਪਿਛਲੇ 7-8 ਮਹੀਨੇ ਤੋਂ ਇੱਦਾਂ ਦੀਆਂ ਤੁਹਾਡੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਆ। ਲੋਕ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ, ਜਿਨ੍ਹਾਂ ਦੀ ਦੂਜੀ ਤੀਜੀ ਪੀੜ੍ਹੀ ਹੋ ਗਈ, ਉਹਨੀ ਤਾਂ ਵੈਸੇ ਹੀ ਇੰਡੀਆ 'ਚ ਨਹੀਂ ਆਉਣਾ, ਪਰ ਉਹਨਾਂ ਲੋਕਾਂ ਦੇ ਮਨ ਦੇ ਨਾ ਬਲਬਲੇ ਜਿਹੜੇ ਆ ਉਹ ਪੰਜਾਬ ਨਾਲ, ਪੰਜਾਬੀਅਤ ਨਾਲ, ਖੇਤੀ ਨਾਲ ਜੁੜੇ ਹੋਏ ਆ। ਜਦੋਂ ਇੱਦਾਂ ਦੀਆਂ ਕੋਈ ਵੀ ਇੱਥੇ ਕੋਈ ਦੋ ਫਾੜ ਵਾਲੀ ਗੱਲ ਆਉਂਦੀ ਜਾਂ ਬਖਰੇਵੇਂ ਆਉਂਦੇ ਆ ਤੇ ਉਹ ਲੋਕ ਜਿਹੜੇ ਬੈਠੇ ਉੱਥੇ ਬੈਠ ਕੇ ਆਪਣੇ ਆਪ ਨੂੰ ਕੋਸਦੇ ਆ ਵੀ ਅਸੀਂ ਲੱਖਾਂ ਰੁਪਈਆ ਇਸ ਅੰਦੋਲਨ 'ਤੇ, ਲੱਖਾਂ ਨਹੀਂ ਕਰੋੜਾਂ ਕਹਿ ਸਕਦੇ ਆ, ਇਸ ਅੰਦੋਲਨ 'ਤੇ ਲਾਤਾ। ਪਰ ਇੱਥੇ ਜਦੋਂ ਇੱਦਾਂ ਦੇ ਮੁੱਦਿਆਂ 'ਤੇ ਆਣ ਕੇ ਤੁਹਾਡੇ ਬਖਰੇਵੇਂ ਆਉਂਦੇ ਆ, ਕਿਉਂਕਿ ਤੁਹਾਡੇ 'ਤੇ ਇਲਜ਼ਾਮ ਲੱਗ ਰਿਹਾ ਆ। ਕੱਲ੍ਹ ਦੇ ਉਹ ਜਿਹੜੇ ਇਕੱਠੇ ਹੋਏ ਸੀ, ਮੈਨੂੰ ਇੱਕ ਕਿਸਾਨ ਲੀਡਰ ਨੇ ਵੀ ਬਾਈਟ ਦਿੱਤੀ ਆ ਕਿ ਸੰਯੁਕਤ ਮੋਰਚੇ ਦੇ ਜਿਹੜੇ ਲੀਡਰ ਆ ਉਹ ਥੁੱਕ ਚੱਟ ਬਣ ਗਏ ਆ। ਕਹਿੰਦੇ ਕੁਛ ਆ, ਕਰਦੇ ਕੁਛ ਆ, ਐਲਾਨ ਪਹਿਲਾਂ ਕਰਦੇ ਆ, ਉਸ ਤੋਂ ਬਾਅਦ ਸੋਚਦੇ ਆ ਤੇ ਉਸ ਤੋਂ ਬਾਅਦ ਫਿਰ ਉਸ ਚੀਜ਼ ਦਾ ਕੋਈ ਕੰਟਰੋਲ ਰਹਿੰਦਾ ਨਹੀਂਗਾ। ਇਹ ਗੱਲਾਂ 'ਚ ਕਿੰਨੀ ਸੱਚਾਈ ਆ? ਦੇਖੋ, ਇਹ ਗੱਲ ਜਿਹੜੀ ਆ ਆਪਾਂ ਉੱਦਾਂ ਦੇ ਸ਼ਬਦ ਤਾਂ ਨਾ ਵਰਤੀਏ, ਥੁੱਕ ਚੱਟ ਵਾਲੀ ਗੱਲ,
ਪਰ ਇਹ ਜਿਹਾ ਗੱਲ ਜ਼ਰੂਰ ਮੈਂ ਹੈ। ਤੁਹਾਨੂੰ ਕਲੀਅਰ ਕਰ ਦਿੰਦਾ, ਸਰਦਾਰ ਅਮਰਜੀਤ ਸਿੰਘ ਆ, ਗੁਰਦਾਸਪੁਰ ਦੇ ਲੀਡਰ ਆ, ਕਿਸਾਨ ਰਾਸ਼ਟਰੀ ਕਿਸਾਨ ਸੰਗਠਨ, ਉਹਨਾਂ ਦੀ ਮੈਂ ਕੱਲ ਇੰਟਰਵਿਊ ਕੀਤੀ ਆ। ਉਹਨਾਂ ਨੇ ਇਹ ਲਫ਼ਜ਼ ਇੰਟਰਵਿਊ ਦੇ ਵਿੱਚ ਵਰਤਿਆ ਵੀ ਇਹ ਸਾਡੇ ਲੀਡਰ ਜਿਹੜੇ ਆ ਇਹ ਪਹਿਲਾਂ ਐਲਾਨ ਕਰਦੇ ਆ, ਮੁੜ ਕੇ ਥੁੱਕ ਕੇ ਚੱਟਦੇ ਆ। ਇਹਨਾਂ ਨੇ ਪੰਜਾਬ ਵਿੱਚ 9 ਫਰਵਰੀ ਦੇ ਨੇੜੇ ਤੇੜੇ ਇੱਕ ਮਤਾ ਪਾਇਆ ਸੀ ਵੀ ਅਸੀਂ ਪੰਜਾਬ ਵਿੱਚ ਮਹਾਂ ਪੰਚਾਇਤਾਂ ਨਹੀਂ ਕਰਾਂਗੇ, ਸਾਡਾ ਉੱਥੇ ਜੇ ਜ਼ੋਰ ਲੱਗ ਗਿਆ ਸਾਡਾ ਇੱਥੇ ਇਕੱਠ ਘੱਟ ਜਾਣਾ। ਮੁੜ ਕੇ ਸਾਰੇ ਲੀਡਰਾਂ ਨੇ ਉੱਥੇ ਜਾ ਕੇ ਰੈਲੀਆਂ ਕੀਤੀਆਂ, ਮਹਾਂ ਪੰਚਾਇਤਾਂ ਕੀਤੀਆਂ। ਦਰਅਸਲ ਉਹ ਜਿਹੜੇ ਅਮਰਜੀਤ ਸਿੰਘ ਦੀ ਤੁਸੀਂ ਗੱਲ ਕਰਦੇ ਹੋ, ਪਹਿਲੀ ਗੱਲ ਤਾਂ ਉਹਦਾ ਸੰਗਠਨ ਕੋਈ ਇੱਥੇ ਨਾ ਤਾਂ ਉਹਦਾ ਕੋਈ ਕੈਂਪ ਹੈ, ਨਾ ਕੋਈ ਉਹ ਸੰਗਠਨ ਦੇ ਵਿੱਚ ਉਹ ਹਾਜ਼ਰ ਹੋਇਆ। ਉਹ ਇਹ ਬਾਰ-ਬਾਰ ਕੋਸ਼ਿਸ਼ ਕਰਦਾ ਰਿਹਾ ਕਿ ਮੈਂ ਬਿਨਾਂ ਸੰਗਠਨ ਤੋਂ ਪਰਸਨਲੀ ਮੈਂ ਵਿੱਚ ਅਟੈਚ ਹੋ ਜਾਵਾਂ। ਫਿਰ ਉਹ 'ਤੇ ਐਲੀਗੇਸ਼ਨ ਵੀ ਲੱਗੇ ਇੱਥੇ ਉਹਨੂੰ 2 ਵਾਰੀ, ਕਿਉਂਕਿ ਉਹ ਅੰਦਰਲੀ ਸਾਡੀ ਸੀਕ੍ਰੇਸੀ ਜਿਹੜੀ ਆ ਉਹ ਬਾਹਰ ਜਾਂਦੀ ਸੀ ਜਦੋਂ ਕੋਈ ਆਊਟਸਾਈਡਰ ਆ ਜਾਂਦਾ ਸੀ। ਤੇ ਉਹ ਕਈ ਵਾਰੀ ਇਹ ਵੀ ਲੱਗਦਾ ਸੀ, ਉਹ ਕਹਿੰਦਾ ਦਿੱਲੀ ਦੀ ਪੁਲਿਸ ਆ ਜਾਊਗੀ, ਤੇ ਇਹ ਲੋਕਾਂ ਦੇ ਭੈ ਵੀ ਬਣਾਉਂਦਾ ਸੀ ਕਿ ਦਿੱਲੀ ਦੀ ਪੁਲਿਸ ਆ ਜਾਊਗੀ। ਉਹ ਇੱਥੇ ਲੱਗਾ ਇਹ ਵੀ ਕਿਤੇ ਦਿੱਲੀ ਵੱਲੋਂ ਤਾਂ ਨਹੀਂ ਇਹ ਪ੍ਰਮੋਟ ਕੀਤਾ ਗਿਆ ਬੰਦਾ। ਉਹਨੂੰ ਫਿਰ 2-3 ਵਾਰੀ ਮੀਟਿੰਗ 'ਚੋਂ ਬਾਹਰ ਕੱਢਿਆ ਗਿਆ। ਉਹਦੀ ਆਪਣੀ ਜਾਤੀ ਰੰਜਿਸ਼ ਹੋ ਸਕਦੀ ਆ ਤੇ ਉਹ ਜਿਹੜੇ ਇਦਾਂ ਦੇ ਸ਼ਬਦ ਵਰਤ ਰਿਹਾ। ਇੱਦਾਂ ਆਪਾਂ ਸਾਰਿਆਂ ਨੂੰ ਨਹੀਂ ਨਾ ਵਿੱਚ ਮੀਟਿੰਗ ਦੇ ਬਿਠਾ ਸਕਦੇ। ਜਿਹਦਾ ਨਾਲੇ ਕੋਈ ਸੰਗਠਨ ਨਾ ਹੋਵੇ, ਉਹਨੇ ਐਵੇਂ ਆਪਣਾ ਸੰਗਠਨ ਦਾ ਨਾਂ ਰੱਖ ਲਿਆ, ਜਦ ਕਿ ਉਹਦਾ ਕਿਤੇ ਪੰਜਾਬ 'ਚ ਕੇਡਰ ਕੋਈ ਨਹੀਂ, ਇੱਥੇ ਇੱਕ ਟਰਾਲੀ ਨਹੀਂ ਆਈ ਉਹਦੀ, ਨਾ ਉਹਦੇ ਕੋਈ ਸੱਜਣ ਆਏ, ਉਹ ਇਕੱਲਾ ਇੱਥੇ ਘੁੰਮਦਾ ਫਿਰਦਾ ਰਿਹਾ ਔਰ ਉਹ ਗਲਤ ਬਿਆਨਬਾਜ਼ੀ ਕਰਦਾ ਰਿਹਾ ਉਹ। ਸੋ ਇਹ ਅੰਦੋਲਨ ਨੂੰ ਢਾਹ ਲੱਗਦੀ ਆ। ਤੁਸੀਂ ਜਿਹੜੇ ਕੱਲ ਦੇ ਹਾਲਾਤ ਦੇਖੇ ਹੋਊਗੇ, ਜਿਵੇਂ ਕੱਲ ਨੌਜਵਾਨ ਗੁੱਸੇ 'ਚ ਆਏ ਸੀ, ਫਿਰ ਲੀਡਰਾਂ ਨੂੰ ਕਿਤੇ ਨਾ ਕਿਤੇ ਲੱਗਣ ਲੱਗ ਪੈਂਦਾ ਵੀ ਜੇ ਅੱਜ ਇਹ ਨੌਜਵਾਨ ਸਾਡੇ ਵੱਸ 'ਚ ਨਹੀਂ ਹੈਗੇ ਤੇ ਫਿਰ ਕੱਲ ਨੂੰ ਕੀ ਹੋਊਗਾ ਜਦੋਂ ਅਸੀਂ ਦਿੱਲੀ ਦੇ ਅੰਦਰ ਜਾਵਾਂਗੇ। ਫਿਰ ਤੇ ਆਪ ਮੁਹਾਰੇ ਹੋ ਕੇ ਅੱਜ ਲੀਡਰਾਂ ਦਾ ਘਿਰਾਓ ਕਰਨ ਆ ਗਏ ਇਹ। ਤੇ ਇਹ ਸਾਡਾ ਅੱਖਾਂ ਵੀ ਨਹੀਂ ਮੰਨ ਰਹੇ, ਜਿਨ੍ਹਾਂ ਨੂੰ ਕਹਿੰਦੇ ਆ ਵੀ ਤੁਹਾਡੀ ਗੱਲ ਤੇ ਅਸੀਂ ਵਿਚਾਰ ਰਹੇ ਹਾਂ, ਰੱਦ ਨਹੀਂ ਕੀਤੀ ਕਾਲ, ਬਿਲਕੁਲ ਅਸੀਂ ਜਾਣਾ ਆ, ਪਰ ਉਹ ਕਹਿੰਦੇ ਹੁਣੇ ਹੀ ਅਭੀ ਤੋਂ ਤਭੀ ਡੇਟ ਕਲੀਅਰ ਕਰੋ। ਤੇ ਫਿਰ ਉਹ ਜਿਹੜੀ ਗੱਲ ਸੀਗੀ ਉਹ ਤੇ ਲੀਡਰਾਂ ਦੇ ਮਨ ਦੇ ਵਿੱਚ ਭੈ ਇਹਨੂੰ ਕਹਿ ਸਕਦੇ ਆ ਵੀ ਇਹ 26 ਵਾਲੀ ਦੇ ਸਾਨੂੰ ਲੱਗਾ ਕਿ ਅਜੇ ਤੱਕ ਕੋਈ ਡੇਟ ਵੀ ਨਹੀਂ ਅਨਾਉਂਸ ਕੀਤੀ ਤੇ ਅੱਜ ਪਹਿਲਾਂ ਹੀ ਇਹ ਹਾਲਾਤ ਬਣ ਗਏ ਨੇ। ਤੇ ਜੇ ਆਪਾਂ ਡੇਟ ਅਨਾਉਂਸ ਕਰ ਦਿਆਂਗੇ ਤੇ ਇਹਨਾਂ ਨੂੰ ਸੰਭਾਲੂ ਕੌਣ? ਕੱਲ ਵਿੱਚ ਨੌਜਵਾਨ ਕਿਰਪਾਨਾਂ ਲੈ ਕੇ ਖੜੇ ਸੀ, ਨੰਗੀਆਂ ਕਿਰਪਾਨਾਂ ਲੈ ਕੇ। ਵਿੱਚ ਇੱਕ ਨੌਜਵਾਨ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਨੰਗੀ ਕਿਰਪਾਨ ਉਹਦੇ ਹੱਥ ਸੀ। ਸੋ ਉਹ ਜਿਹੜੇ ਹਾਲਾਤ ਸੀਗੇ, ਉਹ ਕਿਹਦੇ ਲਈ ਆਪਾਂ ਕਿਰਪਾਨਾਂ ਲੈ ਕੇ ਆਏ? ਆਪਣੇ ਆਗੂਆਂ ਲਈ। ਉਹ ਗੱਲ ਠੀਕ ਨਹੀਂ। ਉਹ ਆਈ ਸਾਹਿਬ ਚੱਲ ਆਪਾਂ ਉਹਦੀ ਅਮਰਜੀਤ ਸਿੰਘ ਜਿਹੜਾ ਉਹ ਗੁਰਦਾਸਪੁਰ ਦਾ ਲੀਡਰ ਹੈ, ਉਹਦੀ ਗੱਲ ਨੂੰ ਆਪਾਂ ਕਹਿ ਲਈਏ ਵੀ ਚਲੋ ਠੀਕ ਆ, ਉਹਨੇ ਆਪਣੀ ਸਮਝ ਮੁਤਾਬਕ ਇਹ ਲਫ਼ਜ਼ ਵਰਤਿਆ। ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਗੱਲ ਤਾਂ ਗਰਾਊਂਡ ਤੇ ਦੇਖੀ ਗਈ ਆ ਵੀ ਤੁਹਾਡਾ ਜਿਹੜਾ ਮੇਰੀ ਜਾਣਕਾਰੀ 9 ਫਰਵਰੀ ਦੇ ਨੇੜੇ ਮੇਰੇ ਤੁਹਾਡਾ ਮਤਾ ਪਿਆ ਸੀ ਇੱਕ ਵੀ ਅਸੀਂ ਪੰਜਾਬ ਵਿੱਚ ਸਭਾਵਾਂ ਨਹੀਂ ਕਰਾਂਗੇ, ਪਰ ਤੁਸੀਂ ਰੈਲੀਆਂ ਕੀਤੀਆਂ। ਇਹ ਜਿਹੜਾ ਤੁਸੀਂ ਬਿਆਨ ਪਹਿਲਾਂ ਕੁਝ ਹੋਰ ਦਿੰਦੇ ਆ, ਬਾਅਦ ਵਿੱਚ ਇੰਪਲੀਮੈਂਟ ਨਹੀਂ ਹੁੰਦਾ, ਉਹ ਤੋਂ ਉਲਟ ਚੱਲਦੇ ਆ, ਇਹਦੀ ਕੀ ਵਜ੍ਹਾ ਹੁੰਦੀ ਹੈ? ਇਹਦੀ ਵਜ੍ਹਾ ਮੈਂ ਦੱਸ ਦਿੰਦਾ। ਅਸਲ ਕਹਾਣੀ ਕੀ ਆ ਕਿ ਪੰਜਾਬ 'ਚੋਂ 32 ਇਕੱਠੇ ਹੋ ਕੇ ਆਏ, ਬੱਤੀਆਂ ਦੀ ਵੱਖਰੀ ਵੱਖਰੀ ਵਿਚਾਰਧਾਰਾ। ਇੱਕ ਅੰਦੋਲਨ ਦੀ ਆਪਾਂ ਆਪਣੇ ਜਿਹੜੇ 3 ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਾਉਣ ਲਈ ਤੇ MSP ਦੀ ਗਾਰੰਟੀ ਵਾਸਤੇ, ਸਵਾਮੀਨਾਥਨ ਦੀ ਰਿਪੋਰਟ ਵਾਸਤੇ ਜੋ ਸਾਡੀਆਂ ਮੰਗਾਂ ਸਨ, ਉਹਨਾਂ ਲਈ ਆਪਾਂ ਇਕੱਠੇ ਹੋਏ। ਪਰ ਕਿਤੇ ਨਾ ਕਿਤੇ ਉਹ ਜਿਵੇਂ ਇੱਕ ਮਾਂ ਦੇ 5 ਪੁੱਤ ਹੋਣ ਤੇ ਉਹ ਰਾਹ ਤਾਂ ਵੱਖਰੇ ਵੱਖਰੇ ਹੁੰਦੇ ਆ, ਭਾਵੇਂ ਉਹ ਬਾਪੂ ਦਬਕਾ ਮਾਰ ਕੇ ਇਕੱਠੇ ਕਰੀ ਰੱਖੇ। ਹੁਣ ਇੱਥੇ ਬਾਪੂ ਉਹ ਮਾਲਕ ਨੇ ਇਕੱਠੇ ਕੀਤਾ ਇਹਨਾਂ ਨੂੰ, ਵੀ ਕਿਤੇ ਨਾ ਕਿਤੇ ਫਿਰ ਆਪਣੀ ਗੱਲ ਕਰਨ ਲੱਗ ਪੈਂਦੇ ਆ। ਸੋ ਮਾਲਕ ਦੀ ਕਿਰਪਾ ਆ ਵੀ 32 ਜਦੋਂ ਅੰਦਰ ਹੁੰਦੇ ਆ ਤਾਂ ਬਹੁਤ ਇੱਕ ਦੂਜੇ ਦੇ ਵਿਰੋਧ ਹੁੰਦੇ ਆ, ਬਾਹਰ ਆ ਕੇ ਫਿਰ ਇਕੱਠੇ ਆ। ਉਹ ਮਾਲਕ ਨੇ ਸੁਮੇਲ ਬਣਾਇਆ। ਪਰ ਫਿਰ ਵੀ ਉਹ ਜਿਹੜੀ ਗੱਲ ਜਿਹੜਾ ਉਹ ਆਪਾਂ ਕਹਿੰਦੇ ਆ ਨਾ ਵੀ ਸਭਾਵਾਂ ਜਿਹੜੀਆਂ ਫਿਰ ਹੋਈਆਂ, ਉਹਦੇ ਵਿੱਚ ਵੀ ਇਹੀ ਗੱਲ ਹੋਈ ਵੀ ਸਭਾਵਾਂ, ਮੈਂ ਸਭ ਤੋਂ ਵੱਡਾ ਵਿਰੋਧੀ ਸੀ ਵੀ ਸਭਾਵਾਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਇਹ ਕਿਹਾ ਵੀ ਜਿਹੜਾ ਸਭਾਵਾਂ ਕਰਨ ਜਾਊ ਉਹਨੂੰ ਸਸਪੈਂਡ ਕਰੋ, ਪਰ ਅਖੀਰ ਸਾਨੂੰ ਵੀ ਇੱਕ ਕਰਨੀ ਪੈ ਗਈ। ਖਟਖਟ ਕਲਾਂ ਅਸੀਂ ਕੀਤੀ ਦੁਆਬੇ ਦੇ ਵਿੱਚ, ਇੱਕੋ ਹੀ ਕੀਤੀ। ਇੱਕ ਤਾਂ ਉਦੋਂ ਇਹ ਚਰਚਾ ਦਾ ਵਿਸ਼ਾ ਬਣ ਗਿਆ ਵੀ ਇਹ ਜਿਹੜੀ ਲੜਾਈ ਆ ਇਹ ਹੁਣ ਦਿੱਲੀ ਨਾਲ ਨਹੀਂ ਰਹਿ ਗਈ, ਇਹ ਸਿੱਖ ਵਰਸਸ ਕਾਮਰੇਡ ਹੋ ਗਈ, ਇਹ ਆਗੂ ਵਰਸਸ ਨੌਜਵਾਨ ਹੋ ਗਈ। ਉਹਨੂੰ ਅਸੀਂ ਕਿਹਾ ਵੀ ਇੱਕ ਏਕਤਾ ਦਾ ਸਬੂਤ ਦਈਏ, ਜਿਹ 'ਚ ਨੌਜਵਾਨ ਵੀ ਹੋਣ, ਸਾਡੇ ਕਾਮਰੇਡ ਵੀਰ ਵੀ ਹੋਣ, ਉਹ 'ਚ ਸਾਡੀਆਂ ਪੰਥਕ ਸ਼ਖਸੀਅਤਾਂ ਵੀ ਹੋਣ, ਉਹ 'ਚ ਕਿਸਾਨ ਆਗੂ ਵੀ ਹੋਣ। ਸੋ ਵਧੀਆ ਸਮੇਲ ਜਿਹੜਾ ਤੁਹਾਨੂੰ ਵੇਖਣ ਨੂੰ ਸਟੇਜ ਉਦੋਂ ਦੀ ਮੈਂ ਉਹ ਤੁਹਾਡਾ ਪ੍ਰੋਗਰਾਮ ਕੈਪਚਰ ਕੀਤਾ, ਉਹਦੇ ਵਿੱਚ ਤੁਸੀਂ ਇਹ ਜਿਹੜੀ ਗੱਲ ਕਹਿ ਰਹੇ ਆ, ਤੁਸੀਂ ਉਹਨੂੰ ਲੋਕਾਂ ਵਿੱਚ ਦਿਖਾਲਣ ਵਿੱਚ ਕਾਮਯਾਬ ਵੀ ਰਹੇ ਆ।
ਮਸਲਾ ਇਹ ਹੈਗਾ ਆ ਵੀ ਕੁਝ ਚੀਜ਼ਾਂ ਤਾਂ ਇਦਾਂ ਦੀਆਂ ਨਿਕਲ ਕੇ ਆ ਰਹੀਆਂ ਵੀ ਲੀਡਰ ਜਦੋਂ ਹੁਣ ਇਹ 10 ਮਈ ਦਾ ਹੀ ਹੈਗਾ ਪ੍ਰੋਗਰਾਮ, ਵੀ ਲੀਡਰ ਐਲਾਨ ਪਹਿਲਾਂ ਕਰ ਦਿੰਦੇ ਆ ਪਰ ਫੈਸਲਾ ਪਹਿਲਾਂ ਨਹੀਂ ਕਰਦੇ ਜਾਂ ਸਲਾਹ ਪਹਿਲਾਂ ਨਹੀਂ ਕਰਦੇ। ਵੀ ਇਹ ਚੀਜ਼ ਤੋਂ ਬਚਣਾ ਚਾਹੀਦਾ ਤਾਂ ਕਿ ਜਿਹੜੇ ਨੌਜਵਾਨ ਤੁਹਾਨੂੰ ਕੱਲ ਕਿਰਪਾਨਾਂ ਲੈ ਕੇ ਘੇਰੀ ਖੜੇ ਸੀਗੇ ਵੀ ਇਦਾਂ ਦੀ ਸਥਿਤੀ ਪੈਦਾ ਹੀ ਨਾ ਹੋਵੇ। ਬਿਲਕੁਲ ਅਸਲ ਗੱਲ ਇਹੀ ਹੋਈ ਆ। ਅਸਲ ਜਿਸ ਮੀਟਿੰਗ ਦੇ ਵਿੱਚ ਇਹ ਸੰਯੁਕਤ ਵਾਲੀ 'ਚ ਪਾਸ ਕੀਤਾ ਗਿਆ ਨਾ ਸੰਸਦ ਕੂਚ ਦਾ, ਉਹ ਕੁਦਰਤੀ ਮੈਨੂੰ ਪੰਜਾਬ ਜਾਣਾ ਪਿਆ ਸੀ ਉਸ ਦਿਨ। ਮੈਂ ਉਹਦੇ ਵਿੱਚ ਸ਼ਾਮਲ ਨਹੀਂ ਸੀਗਾ, ਕੁਛ ਆਗੂ ਸਾਡੇ ਵਿੱਚ ਸ਼ਾਮਲ ਨਹੀਂ ਸਨ ਪੰਜਾਬ ਵਾਲੇ, ਤੇ ਉਹ ਚੁੰਨੀ ਸਾਹਿਬ ਦੀ ਪ੍ਰਧਾਨਗੀ 'ਚ ਹੋਇਆ ਸੀ। ਉਹਨਾਂ ਨੇ ਥੋੜ੍ਹਾ ਜਿਹਾ ਜਲਦਬਾਜ਼ੀ 'ਚ ਉਹਨੂੰ ਅਨਾਉਂਸ ਕਰ ਦਿੱਤਾ। ਅਸੀਂ ਉਹਨੂੰ ਚਾਹੁੰਦੇ ਸੀ ਵੀ ਉਹਦੀ ਰੂਪ ਰੇਖਾ ਬਣਾ ਕੇ ਅਨਾਉਂਸ ਕਰੀਏ। ਉਹ ਜਦੋਂ ਵਿਚਾਰਧਾਰਾ ਤਾਂ ਹੁੰਦੀ ਆ ਨਾ ਵੀ ਆਪਾਂ ਹੁਣ ਐਕਸ਼ਨ ਪ੍ਰੋਗਰਾਮ ਦੇਣਾ, ਉਹ ਸਾਡੀ ਕਮਰੇ ਦੇ ਅੰਦਰ ਦੀ ਗੱਲ ਹੈ। ਆਪਾਂ ਐਕਸ਼ਨ ਪ੍ਰੋਗਰਾਮ ਦੇਣਾ ਜੀ, ਮੰਨ ਲਿਆ ਸਾਰਿਆਂ ਨੇ ਦੇਣਾ, ਦਿਓ ਐਕਸ਼ਨ ਪ੍ਰੋਗਰਾਮ, ਪਰ ਜਿੰਨਾ ਚਿਰ ਉਹਦੀ ਰੂਪ ਰੇਖਾ ਨਹੀਂ ਤਿਆਰ ਹੁੰਦੀ ਉਹਨੂੰ ਸਾਨੂੰ ਮੀਡੀਆ 'ਚ ਨਹੀਂ ਸੀ ਲਿਜਾਣਾ ਚਾਹੀਦਾ। ਉੱਥੇ ਗਲਤੀ ਹੋਈ ਹੈ। ਉਹ ਸਾਡੇ ਆਗੂ ਜਲਦਬਾਜ਼ੀ 'ਚ ਕਿਤੇ ਨਾ ਕਿਤੇ ਕਾਹਲੀਪਨ ਦੇ ਵਿੱਚ ਵੀ ਜਿਹੜਾ ਆਪਾਂ ਨੌਜਵਾਨਾਂ ਨੂੰ ਸੰਦੇਸ਼ ਪਹੁੰਚਾ ਦਈਏ ਵੀ ਅਸੀਂ ਲੱਗੇ ਜੀ ਕਰਨ, ਉਸ ਦੇ ਵਿੱਚ ਕਾਹਲੀ ਦੀ ਓੜ ਦੇ ਵਿੱਚ ਉਹ ਅਨਾਉਂਸ ਕਰ ਦਿੱਤਾ। ਫਿਰ ਜਦੋਂ ਉਹਦੀ ਰੂਪ ਰੇਖਾ ਬਣਨੀ ਸ਼ੁਰੂ ਹੋਈ, ਫਿਰ ਇਹ ਕਹਿਣ ਲੱਗੇ ਭਈ ਹੁਣ ਸੰਖਿਆ ਦੀ ਕਮੀ ਆ, ਕਣਕ ਦੀ ਕਟਾਈ ਚੱਲ ਰਹੀ, ਫਸਲ ਸਾਰੀ ਦੀ ਕਟਾਈ। ਯੂਪੀ ਵਾਲਿਆਂ ਨੇ ਕਿਹਾ ਸਾਡੇ ਤਾਂ ਹਜੇ ਗੰਨਾ ਬਹੁਤ ਖੜਾ, ਗੰਨੇ ਦਾ ਚੱਲਦਾ ਪਿਆ, ਮਿੱਲਾਂ ਚੱਲ ਰਹੀਆਂ ਸਾਡੀਆਂ, ਵਿੱਚੇ ਕਟਾਈ ਚੱਲਦੀ ਪਈ ਆ। ਸੋ ਉਹ ਜਦੋਂ ਸਾਰਿਆਂ ਨੇ ਵਿਚਾਰ ਕੀਤੀ, ਪੰਜਾਬ ਵਾਲੇ ਵੀ ਆਪਣੇ ਕਹਿਣ ਲੱਗੇ ਹਰਿਆਣੇ ਦੀ ਕਟਾਈ ਪਹਿਲਾਂ ਹੋ ਜਾਂਦੀ ਆ ਸਾਡੇ ਨੂੰ ਕੁਛ ਦਿਨ, ਸਾਡੀ ਕਟਾਈ ਹਜੇ ਵੀ ਚੱਲਦੀ ਆ। ਖਾਸ ਕਰ ਮੈਂ ਦੁਆਬੇ ਤੋਂ ਆਉਣਾ, ਸਾਡੀ ਕਟਾਈ ਹਲੇ 15 ਦਿਨ ਚੱਲਣੀ ਹੋਰ। ਫਿਰ ਉਹਦੇ ਬਾਅਦ ਤੂੜੀਆਂ ਤਾੜੀਆਂ ਸਾਂਭਣੀਆਂ। ਕਿਸਾਨ ਸਾਡੇ ਕਾਫੀ ਗਏ ਹੋਏ ਨੇ ਵੀ ਆਪਾਂ ਇਹਨੂੰ ਮੋਰਚੇ ਨੂੰ ਟਿਕਾ ਕੇ ਰੱਖੀਏ ਤੇ ਇਹਨੂੰ ਆਪਾਂ ਉਦਣ ਕਾਲ ਕਰੀਏ ਸਾਰਾ ਵੇਖ ਕੇ ਵੀ ਸਾਡੇ ਕਿਸਾਨ ਸਾਰੇ ਮੁੜ ਆਏ ਨੇ, ਮੂਹਰੇ ਝੋਨੇ ਦੀ ਲਵਾਈ ਚੱਲਣੀ, ਉਹਦੇ ਵਿਚਾਲੇ ਵਾਲਾ ਕੋਈ ਟਾਈਮ ਦੇਖ ਕੇ ਆਪਾਂ ਕਾਲ ਕਰਾਂਗੇ, ਪਹਿਲਾਂ ਉਹਦੀ ਕੋਈ ਕਾਲ ਕਰਾਂਗੇ। ਪਰ ਉਹ ਕਾਲੀ ਪੰਜ ਜਦੋਂ ਹੋ ਗਿਆ ਤਾਂ ਫਿਰ ਇਹ ਵੀ ਗੱਲ ਕਾਲੀ ਪੰਜ 'ਚ ਕਹਿਤੀ। ਜਦੋਂ ਸੰਯੁਕਤ ਮੋਰਚੇ 'ਚ ਇਹ ਗੱਲ ਕਹੀ ਗਈ ਵੀ ਇਹਨੂੰ ਆਪਾਂ ਅੱਗੇ ਕੁਝ ਪਾਉਣਾ ਹੈ, ਇਹ ਕਹਿੰਦੇ ਸੀ ਮਈ ਦੇ ਪਹਿਲੇ ਦੂਜੇ ਹਫ਼ਤੇ ਦਾ, ਵਿੱਚ ਵਿਚਾਰ ਆਏ ਵੀ ਇਹ ਤੀਜੇ ਜਾਂ ਚੌਥੇ ਹਫ਼ਤੇ ਦਾ ਰੱਖ ਲਓ। ਉਹ ਅਜੇ ਕਹਿ ਚੱਲਦੀ ਸੀ, ਮੀਟਿੰਗ ਲੰਬੀ ਚੱਲੀ ਪਈ, ਅਗਲੀ ਮੀਟਿੰਗ 'ਚ ਵਿਚਾਰ ਲਾਂਗੇ। ਪਰ ਉਹ ਫੇਰ ਚੜੂਨੀ ਸਾਹਿਬ ਨੇ ਜਾ ਕੇ ਜਲਦੀ ਦੇਣੀ ਹੈ ਕਹਿ ਦਿੱਤਾ ਵੀ ਰੱਦ ਹੋ ਗਿਆ, ਜਦ ਕਿ ਸੰਯੁਕਤ ਮੋਰਚੇ ਦੇ ਵਿੱਚ ਮੈਂ ਮੀਟਿੰਗ 'ਚ ਸੀਗਾ, ਬਿਲਕੁਲ ਰੱਦ ਨਹੀਂ ਹੋਇਆ, ਇਹਨੂੰ ਅੱਗੇ ਪਾਇਆ ਗਿਆ। ਹੁਣ ਜਦੋਂ ਰੱਦ ਵਾਲੀ ਗੱਲ ਆਈ, ਉਹ ਨੌਜਵਾਨਾਂ ਦੇ ਮਨ, ਜਿਹੜੇ ਨੌਜਵਾਨ ਭਾਵਕ ਹੁੰਦੇ ਆ, ਜੋਸ਼ੀਲੇ ਹੁੰਦੇ ਆ, ਉਹ ਕਹਿੰਦੇ ਸਾਨੂੰ ਬਿਠਾਇਆ, ਇਹ ਪ੍ਰੋਗਰਾਮ ਅਨਾਉਂਸ ਕਰਦੇ ਆ, ਰੱਦ ਕਰ ਦਿੰਦੇ ਆ। ਉਹ ਸੁਭਾਵਿਕ ਹੈ ਉਹਨਾਂ ਦਾ ਤੈਸ਼ 'ਚ ਆਉਣਾ, ਸੁਭਾਵਿਕ ਹੈ ਉਹਨਾਂ ਦਾ ਗਰਮੀ 'ਚ ਆਉਣਾ। ਵੀ ਜਦੋਂ ਇੱਕ ਪ੍ਰੋਗਰਾਮ ਦੇ ਕੇ, ਜਿਹੜੀ ਹੁਣ ਗੱਲ ਉਹਨੇ ਅਮਰਜੀਤ ਨੇ ਕਹੀ ਹੈ, ਇਹ ਥੁੱਕ ਕੇ ਚੱਟ ਲੈਂਦੇ ਆ, ਥੁੱਕ ਕੇ ਚੱਟਿਆ ਹੁੰਦਾ ਵੀ ਪ੍ਰੋਗਰਾਮ ਬਿਲਕੁਲ ਖਤਮ ਕਰਤਾ ਹੈ, ਖਤਮ ਨਹੀਂ ਹੋਇਆ। ਇਹ ਇੱਦਾਂ ਦੀਆਂ ਗੱਲਾਂ ਭਾਵ ਹੋ ਕੇ ਨਹੀਂ ਕਹਿਣੀਆਂ ਚਾਹੀਦੀਆਂ। ਸੋ ਇਸ ਕਰਕੇ ਮੈਂ ਇਹ ਗੱਲ ਕਹੂੰਗਾ ਕਿ ਇਹ ਬਿਲਕੁਲ ਜਿਹੜੀ ਕਾਲ ਹੈ ਉਹ ਬਿਲਕੁਲ ਬਰਕਰਾਰ ਖੜੀ ਹੈ, ਉਸੇ ਤਰ੍ਹਾਂ ਬਿਲਕੁਲ ਸੰਸਦ ਕੂਚ ਹੋਣਾ ਹੈ, ਪਰ ਉਹਦੀ ਰੂਪ ਰੇਖਾ ਬਣਨੀ ਹੈ। ਜਦੋਂ ਉਹਦੀ ਰੂਪ ਰੇਖਾ ਬਣੇਗੀ ਤਾਂ ਉਹ ਆਪੇ ਹੀ ਆਲਰੇਡੀ ਸਾਰਿਆਂ ਨੂੰ ਪਤਾ ਲੱਗ ਜਾਏਗਾ ਵੀ ਇਹ ਆਗੂ ਭੱਜੇ ਨਹੀਂ। ਪਰ ਜਿਹੜੇ ਕੱਲ ਹਾਲਾਤ ਸਨ ਉਹਨਾਂ ਨੂੰ ਦੇਖ ਕੇ ਆਗੂ ਜ਼ਰੂਰ ਸੋਚਣ ਦੇ ਮਜਬੂਰ ਹੋ ਗਏ ਕਿ ਜੇ ਆਪਾਂ ਅੱਜ ਹੀ ਇਹਨਾਂ ਬੱਚਿਆਂ ਨੂੰ ਕਾਬੂ ਨਹੀਂ ਕਰ ਸਕਦੇ, ਫਿਰ ਅੰਦਰ ਜਾ ਕੇ ਕੀ ਕਰਾਂਗੇ, ਨੁਕਸਾਨ ਕਰਾਂਗੇ। ਵੇਖੋ ਜਿਹੜੇ ਅੰਦੋਲਨ ਜੋਸ਼ 'ਚ ਆ ਕੇ ਕੀਤੇ ਜਾਣ, ਆਕਰੋਸ਼ 'ਚ ਆ ਕੇ ਕੀਤੇ ਜਾਣ, ਜਿਹਦੇ ਵਿੱਚ ਗੜਬੜੀ ਦੀ ਹਾਲਾਤ ਬਣਦੇ ਹੋਣ, ਉਹ ਅੰਦੋਲਨ ਹਮੇਸ਼ਾ ਫੇਲ ਹੋ ਜਾਂਦੇ ਆ। ਆਪਾਂ ਜਿੱਤ ਜਿਆਂ, ਇਹ ਪਤਾ ਨਹੀਂ ਨੌਜਵਾਨ ਕਿਉਂ ਸਮਝਣ ਨੂੰ ਇਹਦੇ ਵਿੱਚ ਹਾਲੇ ਤੱਕ ਕਾਮਯਾਬ ਨਹੀਂ ਹੋਏ ਵੀ ਆਪਾਂ 5 ਹਾਈਵੇ ਦੱਬ ਕੇ ਬੈਠੇ ਆ, ਕਬਜ਼ਾ ਅਸੀਂ ਕਰੀ ਬੈਠੇ ਆ ਸੜਕਾਂ ਤੇ ਦਿੱਲੀ ਦੀਆਂ ਤੇ ਜਿਹੜਾ ਕਬਜ਼ਾ ਕਰਨ ਵਾਲਾ ਹੁੰਦਾ ਉਹ ਜਿੱਤ 'ਚ ਹੁੰਦਾ, ਤੇ ਜਿਹਦੀ ਪ੍ਰਾਪਰਟੀ ਤੇ ਕਬਜ਼ਾ ਕੀਤਾ ਹੋਵੇ ਉਹ ਹਾਰ 'ਚ ਹੁੰਦਾ। ਅਸੀਂ ਸਰਕਾਰੀ ਰੋਡ ਦੱਬ ਕੇ ਬੈਠੇ ਆ, ਸਰਕਾਰ ਦੇ ਰੋਡ ਦੱਬ ਕੇ ਬੈਠੇ ਆ, ਅਸੀਂ ਕਬਜ਼ਾ ਕਰਕੇ ਬੈਠੇ ਆ, ਅਸੀਂ ਤੇ ਜਿੱਤ 'ਚ ਬੈਠੇ ਆ। ਇਹ ਛੋਟੀ ਗੱਲ ਹੈ। ਅਸੀਂ ਜਦੋਂ ਕਿਤੇ ਪਿੰਡ ਆਪਣੇ ਕੋਈ ਵਿਰੋਧ ਕਰਨਾ ਹੋਵੇ ਸਰਕਾਰਾਂ ਦਾ, ਹਾਈਵੇ ਜਾਮ ਕਰੀਦਾ, ਤੇ ਹਾਈਵੇ ਜਾਮ ਕਰਕੇ ਬੈਠੇ ਆ, ਅਸੀਂ 5 ਜਾਮ ਕਰਕੇ ਬੈਠੇ ਆ। ਇਹ ਕਿਤੇ ਅੰਦੋਲਨ ਦੀ ਇਹ ਆਪਾਂ ਐਕਸ਼ਨ ਨਹੀਂ ਇਹ। ਪਰ ਉਹ ਨੌਜਵਾਨ ਜਿਹੜਾ ਤੈਸ਼ ਵਾਲਾ ਪ੍ਰੋਗਰਾਮ, ਉਹ ਹੁਣ ਕੱਲ ਆਗੂਆਂ ਨੇ, ਕਿਉਂਕਿ ਮੈਂ ਵਿੱਚ ਸੀ, ਮੈਂ ਉਸਲੇ ਕਿਉਂਕਿ ਵਿੱਚ ਸਾਡੇ ਕੁਛ ਆਗੂ ਤੱਤੇ ਵੀ ਸਨ ਜਿਨ੍ਹਾਂ ਨੂੰ ਨੌਜਵਾਨਾਂ ਨੇ ਮਤਲਬ ਉੱਚਾ ਨੀਵਾਂ ਕਿਹਾ, ਉਹਨਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਆਪਣੇ ਆਗੂਆਂ ਨੂੰ ਵੀ ਕੀਤੀ, ਨੌਜਵਾਨਾਂ ਨੂੰ ਵੀ ਕਿਹਾ ਵੀ ਆਪਾਂ ਯਾਰ ਇਕੱਠੇ ਆ, ਆਪਣੀ ਏਕਤਾ, ਸਾਡੇ ਬੱਚੇ ਆ, ਉਹਨਾਂ ਨੂੰ ਆਗੂਆਂ ਨੂੰ ਵੀ ਕਿਹਾ ਵੀ ਸਾਡੇ ਬੱਚੇ ਨੇ ਇਹ ਤੈਸ਼ 'ਚ ਆਏ ਨੇ। ਉਹ ਤਾਂ ਇਸ ਗੱਲ ਤੇ ਆਗੂ ਸਾਨੂੰ ਉਸ ਵੇਲੇ ਵੀ ਯਾਰ ਆਪਾਂ
ਤੁਸੀਂ ਹੁਣ ਨਹੀਂ ਜਾਓ, ਕੱਲ੍ਹ ਨੂੰ ਇਹਨਾਂ ਨੂੰ ਕਾਬੂ ਕਰਕੇ ਦੱਸੋ। ਸਾਨੂੰ ਅੱਗੋਂ ਇਹ ਕਹਿੰਦੇ ਸੀ ਉਹ ਆਗੂ ਜਿਹੜੇ ਤੱਤੇ ਸੀ ਵੀ ਇਹਨਾਂ ਨੂੰ ਕਾਬੂ ਕਰਕੇ ਦੱਸੋ, ਤੁਹਾਡੇ ਹੁਣ ਕਹਿਣੇ 'ਚ ਨਹੀਂ ਇਹ। ਤੇ ਫਿਰ ਅੰਦਰ ਜਦੋਂ ਚੱਲ ਜਾਂਗੇ ਫਿਰ ਕਿਵੇਂ ਕੀ ਕਰਨਗੇ ਅੰਦਰ ਜਾ ਕੇ। ਇਹ ਅੰਦੋਲਨ ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਬਾਹਰੋਂ NRI ਵੀਰਾਂ ਨੇ ਕਰੋੜਾਂ ਰੁਪਈਆ ਖਰਚ ਦਿੱਤਾ। ਪੰਜਾਬ ਦਾ ਅਸੀਂ ਲਾਉਨੇ ਆ 2000 ਕਰੋੜ ਰੁਪਈਆ ਘੱਟ ਤੋਂ ਘੱਟ ਖਰਚ ਹੋ ਗਿਆ, ਔਰ 2000 ਕਰੋੜ ਦੀ ਸੱਟ ਪੰਜਾਬ ਨੂੰ ਮਾਰ ਕੇ 8 ਮਹੀਨੇ ਦਾ ਨੁਕਸਾਨ ਕਰਕੇ ਕੰਮਾਂ-ਕਾਰਾਂ ਦਾ, ਤੇ ਆਪਾਂ ਐਂ ਡਾਂਗਾ ਡੂੰਗਾ ਮਾਰ ਕੇ ਖਾ ਕੇ ਮੁੜ ਜਾਣਾ। ਅਸੀਂ ਉਹਨਾਂ ਦੇ ਮਾਰਾਂਗੇ, ਉਹ ਸਾਡੇ ਮਾਰਨਗੇ, ਫਿਰ ਮੁੜ ਜਾਣਾ। ਇਹ 'ਚੋਂ ਪ੍ਰਾਪਤੀ ਨਹੀਂ ਕਰਨੀ, ਇਹ ਜੋ ਪ੍ਰਾਪਤੀ ਕਰਕੇ ਲਿਜਾਣੀ ਆ। ਰਾਏ ਸਾਹਿਬ ਇਹਦੇ ਵਿੱਚ ਕੁਝ ਜੋ ਮੈਂ ਵੀ ਕੱਲ ਉਹ ਸਾਰਾ ਉਹ ਮੌਕੇ ਤੇ ਕਵਰ ਕੀਤਾ, ਮੈਂ ਤੁਹਾਨੂੰ ਦੇਖਿਆ ਵੀ ਤੁਸੀਂ ਕਿੱਦਾਂ ਲੀਡਰਾਂ ਵਿੱਚ ਤੇ ਨੌਜਵਾਨਾਂ ਵਿੱਚ ਪੈਚ ਅਪ ਹੋ ਕੇ ਕੜੀ ਦਾ ਕੰਮ ਕੀਤਾ। ਪਰ ਉਹਨਾਂ ਵਿੱਚ ਜੋ ਸਾਡੀ ਜਾਣਕਾਰੀ, ਅਸੀਂ ਹੁਣ 7-8 ਮਹੀਨੇ ਤੋਂ ਅੰਦੋਲਨ ਕਵਰ ਕਰ ਰਹੇ ਹਾਂ, ਇਹ ਜ਼ਿਆਦਾ ਨੌਜਵਾਨ ਉਹੀ ਸੀ ਜਿਹੜੇ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਵਾਲੇ ਗਰੁੱਪ ਨੂੰ ਪ੍ਰਮੋਟ ਕਰਨ ਵਾਲੇ ਆ ਜਾਂ ਉਹਦੇ ਸਮਰਥਕ ਆ, ਜਾਂ ਆਪਾਂ ਕਹਿ ਦਈਏ ਵੀ ਉਹ ਮੰਗ ਹਮੇਸ਼ਾ ਕਰਦੇ ਰਹੇ ਆ ਵੀ ਲੱਖੇ ਸਿਧਾਣੇ ਨੂੰ ਦੁਬਾਰਾ ਮੋਰਚੇ ਵਿੱਚ ਸ਼ਾਮਲ ਕੀਤਾ ਜਾਵੇ। ਲੱਖੇ ਸਿਧਾਣੇ ਨੂੰ ਨਾ ਚਾਹੁੰਦੇ ਹੋਏ ਵੀ ਜਥੇਬੰਦੀਆਂ ਨੇ ਆਪਣੇ ਨਾਲ ਫਿਰ ਅਟੈਚ ਕੀਤਾ। ਕੀ ਲੱਗਦਾ ਕਿ ਇਦਾਂ ਦਾ ਇੱਕ ਪ੍ਰੈਸ਼ਰ ਗਰੁੱਪ ਆ ਤੁਹਾਡੇ ਤੇ ਵੀ ਜਿਹੜਾ ਬਾਰ-ਬਾਰ ਆਪਣੀਆਂ ਮੰਗਾਂ ਮਨਾਉਣ ਲਈ ਜਾਂ ਆਪਣੀ ਇੱਕ ਹੋਂਦ ਦਿਖਾਉਣ ਲਈ ਅੱਗੇ ਆ ਰਿਹਾ ਆ, ਤੇ ਉਹ ਕਿਤੇ ਨਾ ਕਿਤੇ ਅੰਦੋਲਨ ਦੇ ਵਿੱਚ ਇਹ ਵਖਰੇਵੇਂ ਪੈਦਾ ਹੋ ਰਿਹਾ? ਨਹੀਂ, ਮੈਂ ਦੇਖੋ ਲੱਖਾ ਸਿਧਾਣਾ ਵੀ ਆਪਣਾ ਹੀ ਹੈ, ਉਹ ਕੋਈ ਸਾਡੇ ਤੋਂ ਬਗਾਨਾ ਨਹੀਂ ਹੈ। ਮੈਂ ਤੇ ਬਾਰ-ਬਾਰ ਇਹ ਵੀ ਕਹਿਣਾ ਨਾ, ਦੀਪ ਵੀ ਆਪਣਾ ਹੀ ਹੈ। ਫਰਕ ਸਿਰਫ ਇੰਨਾ ਕੁ ਹੈ ਵੀ ਜਿਹੜੇ ਆਗੂ ਨੇ ਉਹਨਾਂ ਦੀ ਵਿਚਾਰਧਾਰਾ 'ਚ ਤੇ ਉਹਨਾਂ ਦੀ ਵਿਚਾਰਧਾਰਾ 'ਚ ਥੋੜ੍ਹਾ ਵਖਰੇਵਾਂ ਹੈ। ਉਹ ਜੋਸ਼ ਨਾਲ ਸੋਚਦੇ ਨੇ, ਤੇ ਜਿਹੜੇ ਬਜ਼ੁਰਗ ਨੇ ਆਗੂ ਨੇ ਉਹ ਤਜਰਬੇਕਾਰ ਨੇ ਅੰਦੋਲਨਾਂ ਦੇ ਵਿੱਚ, ਉਹਨਾਂ ਦਾ ਪੁਰਾਣਾ ਤਜਰਬਾ ਹੈ, ਉਹ ਅੰਦੋਲਨ ਨੂੰ ਉਸ ਤਰ੍ਹਾਂ ਜਿੱਤਣਾ ਚਾਹੁੰਦੇ ਨੇ। ਜਿਹੜੇ ਨੌਜਵਾਨ ਨੇ ਉਹ ਤਾਂ ਤਜਰਬਾ ਹੋ ਗਿਆ ਆਪਣਾ। ਇੱਕ ਸਿੱਧੀ ਦੀ ਗੱਲ ਆ ਵੀ 26 ਜਨਵਰੀ ਦੀ ਘਟਨਾ, ਉਸ ਤੋਂ ਬਾਅਦ ਦੇਖ ਲਾਂਗੇ। ਆਗੂ ਹੱਥ ਖੜੇ ਕਰ ਦੇਣ ਵੀ ਸਾਡੇ ਤੋਂ ਜੀ ਹੱਥ ਖੜੇ ਆ, ਸਾਡੇ ਹੁਣ ਪੱਲੇ ਕੱਖ ਨਹੀਂ, ਅਸੀਂ ਨਹੀਂ ਕੁਝ ਵੀ ਕਰ ਸਕਦੇ। ਫਿਰ ਆਗੂਆਂ ਨੂੰ ਗਾਲਾਂ ਕੱਢਣ, ਫਿਰ ਆਗੂਆਂ ਨੂੰ ਮਾੜਾ ਕਹਿਣ, ਫਿਰ ਆਗੂਆਂ ਨੂੰ ਕਹਿਣ ਵੀ ਇਹਨਾਂ ਦੇ ਪੈਰ ਨਹੀਂ ਭਾਰ ਚੱਲਦੇ, ਫਿਰ ਆਗੂਆਂ ਨੂੰ ਕਹਿਣ ਥੋਕੇ ਚੱਟਦੇ ਸੀ। ਫਿਰ ਤਾਂ ਅਸੀਂ ਮੰਨਾਂਗੇ ਵੀ ਇਹ ਗੱਲ ਠੀਕ ਵਾ ਜੀ ਇਹਨਾਂ ਦੀ, ਨੌਜਵਾਨਾਂ ਦੀ। ਆਪਾਂ ਆਗੂਆਂ ਮਗਰ ਤਾਂ ਇੱਕ ਕਦਮ ਵੀ ਨਹੀਂ ਚੱਲੇ। ਇਹ ਬੇਸ਼ੱਕ ਕਹਿਣ, ਨੌਜਵਾਨ ਗੁੱਸਾ ਕਰਨ, ਨਾ 26 ਨੂੰ ਆਗੂਆਂ ਦਾ ਆਖਾ ਮੰਨਿਆ ਨਹੀਂ, ਨਾ ਹੁਣ ਮੰਨਦੇ ਆ। 26 ਨੂੰ ਵੀ ਆਪਣੀ ਮਰਜ਼ੀ ਕਰਕੇ ਗਏ ਆ, ਹੁਣ ਵੀ ਆਪਣੀ ਮਰਜ਼ੀ ਕਰਾਉਣੀ ਚਾਹੁੰਦੇ ਆ। ਕੱਲ ਜਿਹੜਾ ਹਾਲਾਤ ਹੋਏ ਆ, ਉਹ ਘੇਰ ਕੇ ਆਪਣੀ ਮਰਜ਼ੀ ਨਾਲ ਫੈਸਲਾ ਕਰਾਉਣਾ ਚਾਹੁੰਦੇ ਆ। ਤੇ ਦਿਓ ਹੁਣੇ ਕਾਲ ਜੀ ਸੰਸਦ ਦੀ। ਮੈਂ ਬੇਨਤੀ ਕਰਦਾ, ਉਹ ਬੱਚੇ ਆ ਸਾਡੇ, ਨੌਜਵਾਨੋ, ਮੈਂ ਖਾਸ ਕਰ ਨੌਜਵਾਨਾਂ 'ਚ ਰਹਿਣਾ, ਮੈਂ ਨੌਜਵਾਨਾਂ ਦੀ ਭਾਵਨਾ ਨੂੰ ਸਮਝਦਾ। ਮੇਰੀ ਵੀ ਭਾਵਨਾ ਇਦਾਂ ਦੀ ਤੱਤੀ ਹੁੰਦੀ ਹੈ। ਪਰ ਮੈਂ ਕਹਿੰਦਾ ਇੱਕ ਵਾਰੀ ਉਹ ਜਿਹੜੇ ਆਗੂ 40-40 ਸਾਲ ਦੇ ਲੱਗੇ ਹੋ ਆ, 50-50 ਸਾਲ ਦੇ, ਆਪਾਂ ਉਹਨਾਂ ਦਾ ਤਜਰਬਾ ਲੈ ਲਈਏ ਯਾਰ, ਉਹਨਾਂ ਦੇ ਮਗਰ ਲੱਗ ਕੇ ਵੇਖ ਤਾਂ ਲਈਏ। ਜਿੱਦਣ ਉਹ ਹੱਥ ਖੜੇ ਕਰਨਗੇ, ਸਭ ਤੋਂ ਮੋਹਰੇ ਮੈਂ ਹੂੰ ਨੌਜਵਾਨਾਂ ਦੇ ਨਾਲ। ਮੈਂ ਕਹਿੰਦਾ, ਦਾਅਵਾ ਕਰਦਾ ਤੇ ਫਿਰ ਮੈਂ ਮੋਹਰੇ ਹੂੰ ਜੇ ਕਰੋ ਮਰੋ ਵਾਲੀ ਗੱਲ ਆਊ। ਮੈਂ ਸਟੇਜ ਤੋਂ ਵੀ ਇੱਕ ਦਿਨ ਕਿਹਾ ਸੀ ਵੀ ਦਿੱਲੀ ਕੀ ਢਾਉਣੀ, ਸਵੇਰੇ ਢਾਣੇ ਇਕੱਠੇ ਹੋ ਗਏ। ਦਿੱਲੀ ਢਾਇਆ ਕੁਝ ਲੱਭਣਾ, ਹਾਸਲ ਹੋਣਾ। ਮਸਲਾ ਸਾਡਾ ਹੈਗਾ ਕਾਨੂੰਨ ਵਾਪਸ ਕਰਾਉਣੇ ਆ। ਆਪਣਾ ਦੇਸ਼ ਹੈ ਯਾਰ, ਇਹ ਭਾਰਤ ਦੇਸ਼ ਹੈ, ਆਪਣਾ ਦੇਸ਼ ਹੈ, ਇੱਕ ਸਮੇਲ ਹੈ। ਅੱਜ ਸਾਡੇ ਨਾਲ ਹਰਿਆਣੇ ਵਾਲੇ ਵੀ ਬੈਠੇ ਆ, ਯੂਪੀ ਵਾਲੇ ਵੀ ਬੈਠੇ ਆ, ਪੂਰਾ ਭਾਰਤ ਬੈਠਾ। ਫਿਰ ਆਪਣੇ ਭਾਰਤ ਦੀ ਰਾਜਧਾਨੀ ਨੂੰ ਢਾਉਣਾ ਹੀ ਆ ਆਪਾਂ, ਉਹ 'ਚੋਂ ਹਾਸਲ ਕਰਨਾ ਕੁਛ। ਕੰਧਾ ਸਿੱਟਣ ਨੂੰ ਕੀ, ਸਵੇਰੇ ਟਰੈਕਟਰ ਦੇ ਮੁੱਲ ਲਾ ਲਿਆ ਉਹਨੇ ਬੜੇ ਲਿਆ ਕੇ, ਜਿੱਦਾਂ ਅੱਗੇ ਕਹਿੰਦੇ ਸੀ ਤਿਆਰੀਆਂ ਕੀਤੀਆਂ 26 ਨੂੰ, ਢਾਟਾ ਸਿੱਟ ਦਿੰਦੇ ਆ। ਕਿੱਡੀ ਗੱਲ ਹੈ ਇਹ। ਪਰ ਆਪਾਂ ਉਹ 'ਚੋਂ ਹਾਸਲ ਕੀ ਕੀਤਾ? ਫਿਰ ਪੰਜਾਬ ਦਾ ਨੁਕਸਾਨ ਵੀ ਕਰਾਤਾ। ਜੇ ਕੋਈ ਕੱਲ੍ਹ ਨੂੰ ਹਾਦਸਾ ਹੋ ਜਾਂਦਾ, 84 'ਚ ਕਿੱਡਾ ਸੰਤਾਪ ਭੋਗਿਆ ਆਪਾਂ, 84 ਦੇ ਵਿੱਚ ਕਿੰਨਾ ਕੁ ਨੌਜਵਾਨ ਗਵਾਇਆ ਆਪਾਂ। ਸੋ ਇਸ ਕਰਕੇ ਉਹ ਹਾਲਾਤ ਜਿਹੜੇ ਆ ਮੁੜ ਕ੍ਰੀਏਟ ਨਾ ਹੋਣ। ਅਸੀਂ ਚਾਹੁੰਦੇ ਆ ਕਿ ਪੰਜਾਬ ਉਹੀ ਸੁਖਾਵਾਂ ਖੁਸ਼ਨੁਮਾ ਮਾਹੌਲ ਬਣੇ। ਅੱਜ ਪੰਜਾਬ ਵਿੱਚ ਮੋਹਰੀ ਹੋ ਕੇ ਆਇਆ, ਉਹ ਵੀ ਕਹਿੰਦੇ ਨੇ, ਬਾਕੀ ਯੂਪੀ ਵਾਲੇ ਵੀ ਕਹਿੰਦੇ ਨੇ, ਹਰਿਆਣੇ ਵਾਲੇ ਵੀ ਕਹਿੰਦੇ ਨੇ ਕਿ ਤੁਸੀਂ ਮੋਹਰੀ ਰਹੋ, ਤੁਸੀਂ ਕਰੋ ਫੈਸਲਾ। ਇੱਕ ਦੋ ਆਗੂ ਹੁੰਦੇ ਨੇ ਵੀ ਜਿਹੜੇ ਕਹਿੰਦੇ ਨੇ ਕਿ ਮੈਂ ਮੋਹਰੇ ਹੋ ਕੇ ਚੱਲਾਂ, ਬਾਕੀ ਸਾਰੇ ਹੀ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਆਗੂ ਮੋਹਰੇ ਹੋ ਕੇ ਚੱਲਣ, ਇਹ ਫੈਸਲਾ ਲੈਣ। ਫਿਰ ਆਪਾਂ ਰਾਏ ਸਾਹਿਬ ਇੱਦਾਂ ਗੱਲ ਮੰਨ ਲਈਏ ਵੀ ਜਿਨ੍ਹਾਂ ਦੀ ਨਾ 32 ਕਿਸਾਨ ਜਥੇਬੰਦੀਆਂ 'ਚ ਪੁੱਛ ਗਿੱਛ ਆ, ਜਾਂ ਜਿਨ੍ਹਾਂ ਨੂੰ ਤੁਸੀਂ ਕੋਈ ਜ਼ਿਆਦਾ ਵਜਨ ਨਹੀਂ ਦਿੰਦੇ, ਜਿਨ੍ਹਾਂ ਦੀ ਕੋਈ ਸੁਣਦੇ ਨਹੀਂ ਹੈਗੇ, ਵੀ ਉਹ ਫਰਸਟ੍ਰੇਟ ਹੋ ਕੇ ਤੁਹਾਡੇ ਨਾਲ ਇੱਦਾਂ ਦੀਆਂ ਗੱਲਾਂ ਕਰਦੇ ਆ ਵੀ ਇਹ ਸਾਨੂੰ ਪੁੱਛ ਗਿੱਛ ਨਹੀਂ ਕਰਦੇ? ਨਹੀਂ, ਮੈਂ ਇਹ ਵੀ ਨਹੀਂ ਕਹਾਂਗਾ ਕੋਈ ਬਖਰੇਵਾ ਨਹੀਂ ਹੈ, ਉਹ ਸਾਡੇ ਹੀ ਨੇ ਸਾਰੇ। ਪਰ ਇੱਕ ਕਾਲਾਪਨ ਆ ਜਿਵੇਂ ਉਹ ਨੌਜਵਾਨੀ 'ਚ ਹੁੰਦਾ ਆ। ਮੈਂ ਕਈ ਵਾਰੀ ਕਹੂੰਗਾ ਕਿ ਜਦੋਂ ਕੋਈ ਜਵਾਨੀ ਦੇ ਵਿੱਚ ਆਇਆ ਤੇ ਮੈਂ ਘਰ ਕਈ ਵਾਰੀ ਬਾਪੂ ਆਪਣੇ ਨੂੰ ਕਹਿ ਦੇਣਾ ਤੁਹਾਨੂੰ ਪਤਾ ਕੱਖ ਨਹੀਂ। ਉਹਨੇ ਕਹਿਣਾ ਪੁੱਤਰਾ ਰੁਕ ਜਰਾ, ਜਿੱਦਣ ਤੇਰੇ ਬੱਚੇ ਹੋ ਗਏ ਫਿਰ ਤੈਨੂੰ ਪਤਾ ਲੱਗੂ। ਅੱਜ ਤੈਨੂੰ ਅਸੀਂ ਸਿਖਾਉਂਦੇ ਆ ਵੀ ਤੂੰ ਸਾਨੂੰ ਸਿਖਾਇਆ ਕਰੇਂਗਾ, ਆਪਣੇ ਬੱਚਿਆਂ ਨੂੰ ਸਿਖਾਇਆ ਕਰੇਂਗਾ। ਉਹ ਹੁਣ ਅਸੀਂ ਦੇਖਦੇ ਹਾਂ
ਜੋ ਮਾਪੇ ਸਾਨੂੰ ਸਿਖਾਉਂਦੇ ਸੀ। ਮੈਂ ਬਹੁਤ ਵਾਰ ਕਿਹਾ ਕਿ ਹਰ ਇੱਕ ਮਾਪੇ ਚਾਹੁੰਦੇ ਆ, ਮਾਪਿਓ, ਵੀ ਜਿਹੜੇ ਘਾਟੇ ਅਸੀਂ ਜ਼ਿੰਦਗੀ 'ਚ ਖਾਦੇ ਆ ਉਹ ਸਾਡੇ ਬੱਚੇ ਨਾ ਖਾਣ। ਇਸੇ ਤਰ੍ਹਾਂ ਉਹ ਜਿਹੜੇ ਆਗੂ ਆ ਸਾਡੇ ਸਿਆਣੇ ਬਜ਼ੁਰਗ, ਉਹ ਇਹ ਚਾਹੁੰਦੇ ਨੇ ਕਿ ਅਸੀਂ ਆਪਣਾ ਜਿੱਤ ਕੇ ਵੀ ਜਾਈਏ ਤੇ ਆਪਣੇ ਕੋਈ ਬੱਚਿਆਂ ਦਾ ਨੁਕਸਾਨ ਵੀ ਨਾ ਕਰਾ ਬੈਠੀ। ਰਾਏ ਸਾਹਿਬ, ਹੁਣ ਇੱਕ ਗੱਲ ਨਿਕਲ ਕੇ ਜਿਹੜੀ ਆਈ ਆ, ਕਿਸਾਨ ਆਗੂਆਂ ਦੀ ਮੀਟਿੰਗ ਹੋਈ ਆ ਹਰਿਆਣਾ ਪੁਲਿਸ ਦੇ ਨਾਲ, ਵੀ ਜਿਹੜਾ ਰੋਡ ਆ ਜਾਂ ਇੱਕ ਸਰਵਿਸ ਲੇਨ ਆ ਜਿਹੜੀ, ਵੀ ਉਹ ਵਿਹਲੀ ਕਰ ਦਿੱਤੀ ਜਾਵੇ ਐਮਰਜੈਂਸੀ ਸੇਵਾਵਾਂ ਲਈ। ਇਹ ਚੀਜ਼ ਦਾ ਫੈਸਲਾ ਕੀ ਤੁਸੀਂ ਕੀਤਾ ਕਿ ਵਾਕਿਆ ਵਾਜਬ ਆ, ਗੱਲ ਸਹੀ ਆ ਵੀ ਐਮਰਜੈਂਸੀ ਜਿਹੜੀ ਇਸ ਵੇਲੇ ਚੱਲ ਰਹੀ ਆ ਕੋਵਿਡ ਨੂੰ ਲੈ ਕੇ, ਵੀ ਇੱਕ ਲੇਨ ਸਾਨੂੰ ਵਿਹਲੀ ਕਰ ਦੇਣੀ ਚਾਹੀਦੀ ਆ, ਤੇ ਇਹ ਤੇ ਕੀ ਫੈਸਲਾ ਹੋਇਆ? ਇਹ ਤੇ ਇਸ ਤਰ੍ਹਾਂ ਸੀ, ਇਕੱਲੇ ਹਰਿਆਣੇ ਵਾਲੇ ਨਹੀਂ, ਪੰਜਾਬ ਵਾਲੇ ਵੀ ਸੀਗੇ, ਅਸੀਂ ਵੀ ਵਿੱਚੇ ਸੀ। ਉਹ ਇਹ ਸੀਗਾ ਵੀ ਹਮੇਸ਼ਾ ਸਰਕਾਰਾਂ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ। ਇਦਾਂ ਨਹੀਂ ਕੀਤਾ ਵੀ ਆ ਗਾਜੀਪੁਰ ਵੀ ਐਸੇ ਹੀ ਹੁਣ ਕੋਵਿਡ ਦੇ ਨਾਂ ਤੇ ਉਹ ਟੈਂਕਰ ਇੱਕ ਲੈ ਆਂਦਾ ਜਿਹੜਾ ਆਕਸੀਜਨ ਵਾਲਾ, ਉਹ ਟੈਂਕਰ ਲਗਾਉਣਾ ਸੀ, ਜਦ ਕਿ ਰੋਡ ਉਹ ਹੋਰ ਪਾਸੇ ਦੀ ਜਾਂਦੇ ਸੀ ਤਾਂ 20 ਕਿਲੋਮੀਟਰ ਘੱਟ ਸੀ, ਪਰ ਅੰਦੋਲਨ ਦੇ ਵਿੱਚ ਹੀ ਲੈ ਕੇ ਆਂਦਾ। ਅੰਦੋਲਨ ਨੂੰ ਬਦਨਾਮ ਕਰਨ ਲਈ ਵੀ ਇਹ ਲੋਕ ਜਿਹੜੇ ਵਜੇਦ ਨੇ, ਇਹਨਾਂ ਕਰਕੇ ਨੁਕਸਾਨ ਹੋ ਰਿਹਾ, ਇਹਨਾਂ ਕਰਕੇ ਲੋਕ ਮਰ ਰਹੇ ਨੇ, ਆਕਸੀਜਨ ਘਟ ਗਈ। ਉਹਨਾਂ ਨੇ ਕਿਹਾ ਵੀ ਸਾਨੂੰ ਆਕਸੀਜਨ ਵਾਸਤੇ ਇੱਕ ਸਰਵਿਸ ਰੋਡ ਖਾਲੀ ਕਰ ਦਿਓ। ਅਸੀਂ ਉਹਨਾਂ ਨੂੰ ਕਿਹਾ ਸਾਡੀ ਖਾਲੀ ਆ ਆਲਰੇਡੀ, ਵੀ ਤੁਸੀਂ ਆਪਣੀ ਪੁਲਿਸ ਲਾਓ, ਜਾਮ ਲੱਗ ਜਾਏ ਅਸੀਂ ਨਹੀਂ ਜ਼ਿੰਮੇਵਾਰ, ਕਿਉਂਕਿ ਨਹੀਂ ਬਦਨਾਮ ਕਰਨਾ। ਜਦੋਂ ਆਕਸੀਜਨ ਇਸ ਰੋਡ ਤੇ ਆਈ, ਅੱਗੇ ਨਾ ਗਈ, ਕਹਿਣਾ ਅੰਦੋਲਨਕਾਰੀਆਂ ਨਹੀਂ ਜਾਣ ਦਿੱਤੀ, ਇਹਨਾਂ ਕਰਕੇ 10 ਮੌਤਾਂ ਹੋ ਗਈਆਂ, ਇਹਨਾਂ ਕਰਕੇ 15 ਮੌਤਾਂ ਹੋ ਗਈਆਂ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਮੋਰੇ ਕੰਧ ਤਾਂ ਤੁਸੀਂ ਕੀਤੀ ਹੋਈ ਆ, ਉਹ ਕੰਧ ਜਿਹੜੀ ਆ ਤੁਸੀਂ ਤੋੜਨੀ ਹੈ, ਅਸੀਂ ਨਹੀਂ ਰੋਕਿਆ ਰੋਡ ਸਰਕਾਰ ਨੇ ਰੋਕਿਆ ਆ, ਤੇ ਤੁਸੀਂ ਭਾਈ ਉਹ ਕੰਧ ਤੋੜ ਲਓ, ਸਾਡੇ ਵੱਲੋਂ ਤੁਸੀਂ ਜਿਹੜੀ ਆ ਆਕਸੀਜਨ ਲਿਜਾ ਸਕਦੇ ਹੋ, ਸਾਡੇ ਵੱਲੋਂ ਐਮਰਜੈਂਸੀ ਸੇਵਾਵਾਂ ਚੱਲਣਗੀਆਂ, ਅਸੀਂ ਨਹੀਂ ਰੋਕਦੇ। ਉਹ ਜਿਹੜੀ ਗੱਲ ਕਹੀ ਸੀ ਉਹਦੇ ਮੁਤਾਬਕ ਹੀ ਇਹ ਫੈਸਲਾ ਹੋਇਆ ਸੀ ਕਿ ਕੋਵਿਡ ਦੇ ਚੱਲਦੇ ਜਿਹੜੀਆਂ ਆਕਸੀਜਨ ਦੀਆਂ ਤੇ ਐਂਬੂਲੈਂਸ ਦੀਆਂ ਐਮਰਜੈਂਸੀ ਸੇਵਾਵਾਂ ਉਹਨਾਂ ਨੂੰ ਅਸੀਂ ਨਹੀਂ ਰੋਕਾਂਗੇ, ਤੁਸੀਂ ਰੋਡ ਖਾਲੀ ਕਰਾਓ, ਆਪਣੀ ਮੋਹਰਿਓਂ ਜਿਹੜੀ ਕੰਧ ਕੀਤੀ ਉਹ ਤੋੜੋ ਤੇ ਉੱਥੋਂ ਦੀ ਬੇਸ਼ੱਕ ਨਗਾਲੋ। ਸੋ ਇਹ ਸਰਕਾਰ ਦੇ ਨਾਲ ਬੈਠੇ। ਰਾਏ ਸਾਹਿਬ, ਹੁਣ ਇੱਕ ਗੱਲ ਨਿਕਲ ਕੇ ਆ ਰਹੀ ਆ ਵੀ ਅੱਜ ਤੋਂ 10 ਦਿਨ ਪਹਿਲਾਂ ਦਾ ਮੋਟਾ ਆਪਾਂ ਲਾ ਲਈਏ ਵੀ ਅਮਿਤ ਸ਼ਾਹ, ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਵਿੱਚ ਲੋਕਾਂ ਨੂੰ ਮਤਲਬ ਲੱਖਾਂ ਦੀ ਗਿਣਤੀ ਵਿੱਚ ਭੀੜਾਂ ਇਕੱਠੀਆਂ ਕਰਕੇ ਤੇ ਜਦੋਂ ਉੱਥੇ ਰੈਲੀਆਂ ਕਰਦੇ ਸੀਗੇ, ਜਦੋਂ ਕੁੰਭ ਦਾ ਬਹੁਤ ਵੱਡਾ ਮੇਲਾ ਹੋ ਕੇ ਹਟਿਆ, ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ, ਉਸ ਵੇਲੇ ਤੱਕ ਤਾਂ ਸਾਰਾ ਕੁਝ ਨਾਰਮਲ ਚੱਲਦਾ ਸੀ। ਜਿੱਦਣ ਦੀ ਹੁਣ ਪੱਛਮੀ ਬੰਗਾਲ ਦੀ ਇਲੈਕਸ਼ਨ ਦਾ ਪ੍ਰਚਾਰ ਖਤਮ ਹੋ ਗਿਆ, ਹੁਣ ਠਾਹ ਦੇਣੀ ਆਣ ਕੇ ਇੰਨੇ ਮਰੀਜ਼ ਆ ਗਏ, ਉਹ ਇੰਨਾ ਉਹ ਹੋ ਗਿਆ, ਅੰਕੜੇ ਅਖਬਾਰਾਂ 'ਚ ਆ ਰਹੇ, ਅੰਕੜੇ ਝੂਠੇ ਨਹੀਂ, ਨਾ ਅਸੀਂ ਬਿਮਾਰੀ ਨੂੰ ਕੁੰਨ ਕਰ ਰਹੇ, ਬਿਮਾਰੀ ਵੀ ਹੋ ਸਕਦੀ ਆ, ਪਰ ਸਰਕਾਰ ਦਾ ਨਜ਼ਰੀਆ ਅੱਜ ਤੋਂ 10 ਦਿਨ ਪਹਿਲਾਂ ਕੁਝ ਹੋਰ ਸੀ, ਤੇ ਅੱਜ ਆਣ ਕੇ ਇੱਕ ਇਦਾਂ ਦੇ ਹਾਲਾਤ ਪੈਦਾ ਕਰਤੇ ਵੀ ਹੁਣ ਜੀ ਲੋਕਡਾਊਨ ਤੋਂ ਬਿਨਾਂ ਹੱਲ ਨਹੀਂ, ਤੇ ਐਮਰਜੈਂਸੀ ਸੁਪਰੀਮ ਕੋਰਟ ਨੇ ਵੀ ਮਤਲਬ ਇੱਕ ਸਟੇਟਮੈਂਟ ਦੇ ਦਿੱਤੀ ਆ। ਵੀ ਇਹ ਕੀ, ਤੁਹਾਨੂੰ ਕੀ ਲੱਗਦਾ ਵੀ ਇਹਨਾਂ ਗੱਲਾਂ ਦਾ ਕਿਸਾਨੀ ਅੰਦੋਲਨ ਤੇ ਕੀ ਅਸਰ ਪਊ? ਦਰਅਸਲ ਜਿੱਥੇ ਤਾਂ ਇਹਨਾਂ ਨੇ ਆਪਣੀਆਂ ਰੈਲੀਆਂ ਕਰਨੀਆਂ, ਉੱਥੇ ਕਰੋਨਾ ਨਹੀਂ ਹੁੰਦਾ, ਉੱਥੇ ਕੋਵਿਡ ਨਹੀਂ ਹੁੰਦਾ, ਤੇ ਜਦੋਂ ਹੁਣ ਅੰਦੋਲਨ ਇਹਨਾਂ ਨੂੰ ਦੀਦਾ ਨਹੀਂ, ਸਾਰੀਆਂ ਚਾਲਾਂ ਚੱਲ ਰਹੀਆਂ, ਕਦੇ ਅੱਤਵਾਦੀ, ਕਦੇ ਲੈਫਟ ਵਾਲੇ, ਕਦੇ ਇਹ ਪੋਲੀਟੀਕਲ ਲੋਕਾਂ ਦੇ ਭੜਕਾਏ ਹੋਏ, ਉਹ ਸਾਰੇ ਹੀ ਇਹਨਾਂ ਨੇ ਹੱਥਕੰਡੇ ਬਣਾ ਲਏ। ਹੁਣ ਕਰੋਨਾ ਦੇ ਨਾਂ ਤੇ ਉਹ ਤਾਂ ਕਿਹਾ ਵੀ ਇਹਨਾਂ ਨੇ, ਉਹਨਾਂ ਨੇ ਕਿਹਾ ਸਾਨੂੰ ਪਹਿਲੇ ਦਿਨ ਮੀਟਿੰਗ, 3 ਮੀਟਿੰਗਾਂ ਹੋਈਆਂ ਪ੍ਰਸ਼ਾਸਨ, ਪਹਿਲੇ ਦਿਨ ਉਹਨੇ SDM ਨੇ ਕਿਹਾ ਵੀ ਇਹਨੂੰ ਅੰਦੋਲਨ ਨੂੰ ਜੀ ਥੋੜ੍ਹੇ ਦਿਨ ਵਿਡਰਾਅ ਕਰ ਲਓ। ਸਰਕਾਰ ਕਹਿੰਦੀ ਆ, ਜਿਹੜੀ ਹਰਿਆਣਾ ਸਰਕਾਰ, ਉਹ ਕਹਿੰਦੀ ਆ ਕਿ ਤੁਸੀਂ ਇਹਨੂੰ ਥੋੜ੍ਹੇ ਦਿਨ ਵਿਡਰਾਅ ਕਰ ਲਓ, ਜਦੋਂ ਕਰੋਨਾ ਖਤਮ ਹੋ ਜੂ ਫੇਰ ਅੰਦੋਲਨ ਕਰਨਾ ਸ਼ੁਰੂ ਕਰ ਦਿਓ। ਕਹਿਣ ਦਾ ਭਾਵ ਆ ਵੀ ਅੰਦੋਲਨ ਕਿਸੇ ਤਰ੍ਹਾਂ ਖਤਮ ਕਰਾਈਏ। ਅਸੀਂ ਇੱਥੇ ਸਾਡੀਆਂ 350 ਤੋਂ ਉੱਪਰ ਮੌਤਾਂ ਹੋ ਚਲੀਆਂ ਨੇ, ਔਰ ਸਾਰਿਆਂ ਦੇ ਪੋਸਟਮਾਰਟਮ ਹੋਏ ਨੇ, ਇੱਕ ਨੂੰ ਕਰੋਨਾ ਨਹੀਂ ਨਿਕਲਿਆ, ਹੋਏ ਨੇ ਨਾ ਪੋਸਟਮਾਰਟਮ, ਇੱਕ ਨੂੰ ਕਰੋਨਾ, ਵਿੱਚੋਂ ਮਤਲਬ 50-60 ਕੇਸ ਜਾਂ 70-80 ਕੇਸ ਐਕਸੀਡੈਂਟ ਹੋਣਗੇ, ਬਾਕੀ ਤਾਂ ਜਿਹੜੀਆਂ ਡੈਥਾਂ ਹੋਈਆਂ ਉਹ ਇੱਥੇ ਹੋਈਆਂ, ਕੋਈ ਕਿਸੇ ਦਾ ਅਟੈਕ ਹੋਇਆ, ਕਿਸੇ ਨੂੰ ਕੁਝ ਬਿਮਾਰ ਹੋਇਆ, ਔਰ ਸਾਰਿਆਂ ਦੇ ਪੋਸਟਮਾਰਟਮ ਹੋ ਕੇ ਗਏ ਨੇ, ਔਰ ਉਹ ਇੱਕ ਨੂੰ ਕਰੋਨਾ ਨਹੀਂ। ਇਹਦਾ ਮਤਲਬ ਕੀ ਹੈ ਵੀ ਇਹ ਭੁਲੇਖਾ ਪਾਇਆ ਜਾ ਰਿਹਾ ਸਰਕਾਰ ਵੱਲੋਂ, ਇਹ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਅਸੀਂ ਉਹਨਾਂ ਨੂੰ ਇਹ ਗੱਲ ਆਖੀ ਕਿ ਸਾਡਾ ਜਿਹੜਾ ਕਿਸਾਨ ਹੈ ਖੁੱਲੀ ਹਵਾ 'ਚ ਰਹਿੰਦਾ ਹੈ, ਔਰ ਇੱਕ ਗੱਲ ਹੈ ਕਿ ਉਹਦਾ ਸਰੀਰ ਇੱਦਾਂ ਦਾ ਹੁੰਦਾ ਹੈ ਕਿ ਉਹ ਮਾੜੀ ਮੋਟੀ ਬਿਮਾਰੀ ਨੂੰ ਜਰ ਲੈਂਦਾ, ਸਟਰੋਂਗ ਹੁੰਦਾ, ਉਹਦੇ ਵਿੱਚ ਇੰਨੀ ਕੁ ਤਾਕਤ ਹੁੰਦੀ ਹੈ। ਉਹ ਤੁਹਾਡੇ ਕਰੋਨਾ ਹੋਣਾ, ਜਿਹੜੇ ਤੁਸੀਂ ਹੁਣ ਵੀ ਦੇਖ ਲਓ, ਜਿਹੜਾ ਡੈਡ ਰੇਟ ਇਸ ਵੇਲੇ ਤੁਸੀਂ ਦਰ ਚੱਲ ਰਹੀ ਆ ਨਾ, ਉਹ ਸ਼ਹਿਰਾਂ 'ਚ ਵੱਧ ਹੈ, ਪਿੰਡਾਂ 'ਚ ਘੱਟ ਹੈ। ਉਹਦਾ ਮਤਲਬ ਕੀ ਹੈ ਕਿ ਜਿਹੜੇ ਸ਼ਹਿਰੀ ਲੋਕ ਆ AC 'ਚ ਰਹਿੰਦੇ ਨੇ, ਅੰਦਰ ਠੰਡੀ ਹਵਾ 'ਚ ਰਹਿੰਦੇ ਨੇ, ਹਾਜ਼ਮੇ ਦਾ ਫਰਕ ਹੈ।
ਸੋ ਇਸ ਕਰਕੇ ਉਹਨਾਂ ਤੇ ਪ੍ਰਭਾਵਸ਼ਾਲੀ ਆ, ਸਾਡੇ ਲੋਕਾਂ ਤੇ ਕੋਈ ਪ੍ਰਭਾਵਸ਼ਾਲੀ ਨਹੀਂ। ਇਹ ਐਵੇਂ ਡਰ ਦਾ ਮਾਹੌਲ ਬਣਾਉਣ ਲਈ ਇਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਆਖਰੀ ਸਵਾਲ ਰਾਏ ਸਾਹਿਬ, ਇੱਕ ਸਤਿਆਪਾਲ ਮਲਿਕ ਆ ਗਵਰਨਰ ਮੇਘਾਲਿਆ ਦੇ, ਅੱਜ ਤੋਂ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਉਹਨੇ ਕਿਸਾਨਾਂ ਦੇ ਹੱਕ ਦੇ ਵਿੱਚ ਬੇਬਾਕ ਹੋ ਕੇ ਬਿਆਨ ਦਿੱਤਾ। ਨਹੀਂ ਤਾਂ ਤੁਸੀਂ ਮੰਨ ਕੇ ਚੱਲੋ ਵੀ ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ 8-9 ਮਹੀਨੇ, ਕਿਸੇ ਬੀਜੇਪੀ ਦੇ ਲੀਡਰ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਇੱਕ ਵਾਰੀ ਵੀ ਪਾਰਟੀ ਦੇ ਖਿਲਾਫ ਕੋਈ ਬਿਆਨ ਦੇ ਜਾਵੇ। ਸਤਿਆਪਾਲ ਮਲਿਕ ਨੇ ਪਹਿਲਾਂ ਵੀ ਇੱਕ ਗੱਲ ਕਹੀ ਸੀ ਵੀ ਇਹ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ, ਤੇ ਹੁਣ ਉਹਦਾ ਤਾਜ਼ਾ ਬਿਆਨ ਆਇਆ ਵੀ ਮਈ ਮਹੀਨੇ ਦੇ ਪਹਿਲੇ ਹਫ਼ਤੇ ਮੈਂ ਕੋਸ਼ਿਸ਼ ਕਰੂੰਗਾ ਵਿੱਚ ਪੈ ਕੇ ਇਹ ਕਿਸਾਨਾਂ ਦਾ ਮਸਲਾ ਹੱਲ ਹੋ ਜਾਵੇ। ਜਦੋਂ ਤੁਸੀਂ ਦੇਖਦੇ ਆ ਕਿ ਇੱਕ ਰਾਜਪਾਲ ਲੱਗਾ ਹੋਇਆ ਬੰਦਾ ਕਿਸਾਨੀ ਦਾ ਹਿੱਤ ਰੱਖ ਕੇ ਇਦਾਂ ਦੀ ਗੱਲ ਕਰਦਾ ਆ, ਤੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਕਿਸ ਤਰ੍ਹਾਂ ਨਿਪਟਾਰਾ ਹੋ ਸਕਦਾ। ਦੇਖੋ, ਬੀਜੇਪੀ ਦੇ ਵਿੱਚ ਅੰਦਰ ਅੰਦਰ ਤਾਂ ਬਹੁਤ ਕੁਝ ਚੱਲ ਰਿਹਾ। ਬੀਜੇਪੀ ਨੂੰ ਇਹ ਪਤਾ ਲੱਗ ਰਿਹਾ ਵੀ ਜੋ ਅਸੀਂ 70 ਸਾਲ ਲਾਤੇ, ਜੋ ਖੜਾ ਕਰਨਾ ਚਾਹੁੰਦੇ ਸੀ ਇਹ ਭਾਰਤ ਦੇ ਵਿੱਚ, ਉੱਤੇ ਫੁੱਲ ਸਟਾਪ ਲੱਗ ਗਿਆ। ਐਸ ਅੰਦੋਲਨ ਨੇ ਲਾਤਾ, ਇਹਨਾਂ ਦੇ ਖੇਤੀ ਕਾਨੂੰਨਾਂ ਨੇ ਲਾਤਾ। ਕਿਤੇ ਨਾ ਕਿਤੇ ਤਾਂ ਹੁਣ ਅੰਦਰ ਆਪਣੇ ਆਪ ਨੂੰ ਉਹ ਕੋਸ ਰਹੇ ਨੇ, ਔਰ ਵਿੱਚੋਂ ਬਗਾਵਤ ਵੀ ਪੈਦਾ ਹੋ ਰਹੀ ਹੈ। ਹੁਣ ਜਿਵੇਂ ਇਹਨੇ ਇੱਥੇ ਦੇ ਵੀ ਗ੍ਰਹਿ ਮੰਤਰੀ ਨੇ ਚਿੱਠੀ ਲਿਖੀ ਸੀ ਬਈ ਭਾਈ ਅਨਿਲ ਵਿਜ ਨੇ ਕਿ ਵੀ ਤੁਸੀਂ ਇਹ ਸਰਕਾਰ ਬੈਠ ਕੇ ਗੱਲ ਨੂੰ ਨਿਬੇੜੇ। ਪਹਿਲਾਂ ਉਹੀ ਅਨਿਲ ਵਿਜ ਬੜਾ ਖਿਲਾਫ ਬੋਲਦਾ ਕਿਸਾਨ। ਹਾਂ, ਪਹਿਲਾਂ ਉਹ ਖਿਲਾਫ ਬੋਲਦਾ ਸੀ, ਹੁਣ ਦੇਖ ਲਿਆ ਕਿ ਮੈਂ ਹਰਿਆਣੇ 'ਚ ਬਣਨਾ, ਲੋਕਾਂ ਨੇ ਤਾਂ ਘਰਾਂ 'ਚ ਵੜਨ ਨਹੀਂ ਦੇਣਾ, ਪਿੰਡਾਂ 'ਚ ਆਉਣ ਨਹੀਂ ਦੇਣਾ, ਤੇ ਕਿਵੇਂ ਜਾਣਾ। ਇਹ ਜਿਹੜੇ ਹਾਲਾਤ ਆ ਇਹ ਪੂਰੇ ਭਾਰਤ 'ਚ ਬੀਜੇਪੀ ਦੇ ਹੋ ਜਾਣਗੇ। ਰਾਜਸਥਾਨ 'ਚ ਵੀ ਇਹਨਾਂ ਦੀਆਂ ਦੌੜਾਂ ਲੱਗਣੀਆਂ ਸ਼ੁਰੂ ਹੋ ਗਈਆਂ, ਔਰ ਉਹ ਜਿਹੜੀ ਬਗਾਵਤ ਹੈ ਉਹ ਉਹਨਾਂ ਨੂੰ ਭੈ ਦਿਖਾਉਂਦੀ ਹੈ। ਤੇ ਫਿਰ ਇਹ ਵੀ ਮੈਂ ਕਹਾਂਗਾ ਵਿੱਚ ਇਨਸਾਨੀਅਤ ਵੀ ਹੈਗੀ ਕੁਝ ਲੋਕਾਂ 'ਚ। ਜਿਹੜੀ ਮਲਿਕ ਜੀ ਦੀ ਗੱਲ ਹੈ, ਮੈਂ ਉਹਨਾਂ ਨੂੰ ਇਹ ਨਹੀਂ ਕਹੂੰਗਾ ਕਿਉਂਕਿ ਉਹ ਰਾਜਪਾਲ ਨੇ, ਕੋਈ ਰਾਜਨੀਤਿਕ ਗੱਲ ਨਹੀਂ। ਉਹਨਾਂ ਨੇ ਇੱਕ ਇਨਸਾਨੀਅਤ ਨਾਤੇ ਉਹਨਾਂ ਦੀ ਤਾਰੀਫ ਕਰਦੇ ਹਾਂ ਅਸੀਂ ਵੀ ਇਹ ਜਿਹੜਾ ਜਦੋਂ ਸਵੇਰੇ ਉੱਠਦੇ ਆ ਤੇ ਆਪਾਂ ਨਾਸ਼ਤਾ ਕਰਦੇ ਆ ਤਾਂ ਕਿਤੇ ਦਾ ਚੇਤਾ ਆਉਂਦਾ ਨਾ ਵੀ ਇਹਨੂੰ ਪੈਦਾ ਕਿਹਨੇ ਕੀਤਾ, ਕਿਸਾਨ ਨੇ ਪੈਦਾ ਕੀਤਾ ਦੇਸ਼ ਦੇ ਨੇ। ਤੇ ਅੰਨ ਸਾਡਾ ਜਿਹੜਾ ਅਸੀਂ ਜਿਹੜਾ ਖਾ ਕੇ ਜਿਉਨੇ ਆ, ਸਾਨੂੰ ਜੀਵਨ ਇੱਕ ਤਾਂ ਜਨਮ ਦੇਣੇ ਵਾਲਾ, ਇੱਕ ਜੀਵਨ ਦੇਣੇ ਵਾਲਾ, ਤੇ ਇਹ ਜੀਵਨ ਦੇਣੇ ਵਾਲਾ ਜਿਹੜਾ ਉਹ ਕਿਸਾਨ ਹੈ। ਉਹਦਾ ਪੈਦਾ ਕੀਤਾ ਅੰਨ ਖਾਂਦੇ ਆਪਾਂ। ਜਦੋਂ ਉਹਦਾ ਪੈਦਾ ਕੀਤਾ ਅੰਨ ਖਾਂਦੇ ਆ ਤੇ ਫਿਰ ਦਿਲ ਨੂੰ ਕਿਤੇ ਨਾ ਕਿਤੇ ਸੱਟ ਵੱਜਦੀ। ਜਿਹੜਾ ਚੰਗਾ ਇਨਸਾਨ ਆ ਉਹ ਤਾਂ ਕਹਿੰਦਾ ਨਾ ਵੀ ਯਾਰ ਕਿਸਾਨਾਂ ਦੀ ਮੰਗ ਜਾਇਜ਼ ਆ, ਨਾਲੇ ਕਿਸਾਨਾਂ ਨੇ ਮੰਗਿਆ ਹੀ ਕੱਖ ਨਹੀਂ, ਧੱਕੇ ਨਾ ਦੇ ਰਹੇ ਨੇ। ਉਹ ਕਹਿੰਦੇ ਵੀ ਨਹੀਂ ਲੈਣਾ ਅਸੀਂ, ਆਹ ਗੱਲ ਤੇ ਲੜਾਈ ਹੈ। ਪੱਛਮੀ ਬੰਗਾਲ ਦਾ ਰਿਜ਼ਲਟ ਵੀ 2 ਮਈ ਨੂੰ ਆ ਜਾਣਾ ਆ, ਤੇ ਲੱਗਦਾ ਕਿ ਉਸ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਨਾ ਕੋਈ ਬੈਠ ਕੇ ਟੇਬਲ ਟਾਕ ਸ਼ੁਰੂ ਹੋ ਸਕਦੀ। ਵੇਖੋ, ਸਰਕਾਰ ਜਦੋਂ ਮਰਜ਼ੀ ਕਰੇ, ਸਾਨੂੰ ਲੱਗਦਾ ਹੈ ਵੀ ਜੇ ਤਾਂ 2 ਤਰੀਕ ਨੂੰ ਮਤਲਬ ਰਿਜ਼ਲਟ ਜਿਹੜੇ ਆ ਬੀਜੇਪੀ ਦੇ ਅਗੇਂਸਟ ਆਉਂਦੇ ਆ, ਫਿਰ ਸਰਕਾਰ ਜਲਦ ਕਰੂਗੀ, ਸੌਖਾ ਹੋ ਜੂ। ਜੇ ਰਿਜ਼ਲਟ ਬੀਜੇਪੀ ਦੇ ਫੇਵਰ 'ਚ ਆਊਗੇ ਫਿਰ ਲੰਬਾ ਕਰੂਗੇ। ਪਰ ਅਸੀਂ ਤਾਂ ਬੈਠੇ ਹਾਂ, ਸਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਵੀ ਸਰਕਾਰ ਜਦੋਂ ਬੁਲਾਉਣਾ ਚਾਹੇ ਬੁਲਾਵੇ। ਇੱਕ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਵੀ ਜਿਗਰਾ ਰੱਖੋ। ਉਹ ਸੋਹਣਿਓ ਮੇਰੇ ਦੇਸ਼ ਦਿਓ ਜਵਾਨੋ, ਕਿਰਪਾ ਕਰੋ, ਸਾਡੇ ਭੈਣਾਂ ਭਾਈਓ, ਸਾਡੇ ਪੁੱਤਰੋ, ਆਪਣੇ ਆਗੂਆਂ ਮਗਰ ਲੱਗ ਕੇ ਚੱਲੋ, ਆਗੂਆਂ ਤੇ ਵਿਸ਼ਵਾਸ ਕਰੋ, ਆਪਣੇ ਆਗੂਆਂ ਨੂੰ ਨਾ ਭੰਡੋ। ਜੇ ਤੁਸੀਂ ਦੇਖੋ, ਅੱਜ ਤੁਹਾਡੇ ਲਈ ਇਹ ਕਿੱਡੀ ਫਖਰ ਦੀ ਗੱਲ ਹੈ ਕਿ ਹਰਿਆਣਾ, ਯੂਪੀ, ਰਾਜਸਥਾਨ ਸਾਰੇ ਕਹਿੰਦੇ ਨੇ ਵੀ ਜੋ ਇਹ 32 ਫੈਸਲਾ ਲੈਣਗੇ ਅਸੀਂ ਉਹ ਮੰਨਾਂਗੇ, ਤੇ ਸਾਡੇ ਨੌਜਵਾਨ ਸਾਡੀ ਬਗਾਵਤ ਕਰਨ। ਇਹ ਗੱਲ ਸੌਂਦੀ ਨਹੀਂ। ਕਿਰਪਾ ਕਰੋ, ਆਪਣੇ ਆਗੂਆਂ ਦੇ ਨਾਲ ਚੱਲੋ। ਜੇ ਕੋਈ ਤੁਹਾਡੇ ਮਨ 'ਚ ਵਿਚਾਰਕ ਵਖਰੇਵਾਂ ਹੋਵੇ ਵੀ, ਉਹ ਯਾਰ ਕੱਲ੍ਹ ਵੀ ਆਉਣਾ ਸੀ, 3-4 ਨੌਜਵਾਨ ਆਉਂਦੇ ਇਕੱਠੇ ਹੋ ਕੇ, ਉਹ ਆ ਕੇ ਕਹਿੰਦੇ ਸੀ ਗੱਲ ਰੱਖਣੀ ਆ, ਉਹਨਾਂ ਦੀ ਗੱਲ ਆਪਾਂ ਸੁਣਦੇ। ਆਹ ਤਰੀਕਾ ਨਹੀਂ ਵੀ ਆਪਾਂ ਆਪਣਾ ਆਪ ਹੀ ਕਹਿੰਦੇ ਝੱਗਾ ਚੱਕਿਆ ਆਪਣਾ ਢਿੱਡ ਨੰਗਾ ਹੁੰਦਾ। ਇਦਾਂ ਨਹੀਂ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਰਾਏ ਸਾਹਿਬ। ਇਹ ਸਨ ਸਰਦਾਰ ਮਨਜੀਤ ਸਿੰਘ ਰਾਏ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ। ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਇਹ ਗੱਲ ਤਸਲੀਮ ਕੀਤੀ ਆ, ਮੰਨੀ ਆ ਕਿ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਜਿੰਨਾ ਚਿਰ ਪੂਰੀ ਤਰ੍ਹਾਂ ਗੱਲ ਤੈਅ ਨਹੀਂ ਹੋ ਜਾਂਦੀ, ਹਰ ਗੱਲ ਦਾ ਫੈਸਲਾ ਨਹੀਂ ਹੋ ਜਾਂਦਾ, ਉਹਨਾਂ ਚਿਰ ਸਟੇਜਾਂ ਤੋਂ ਐਲਾਨ ਨਹੀਂ ਕਰਨਾ ਚਾਹੀਦਾ। ਤੇ ਨੌਜਵਾਨਾਂ ਨੂੰ ਅਪੀਲ ਕੀਤੀ ਆ ਵੀ ਕਿਤੇ ਨਾ ਕਿਤੇ ਇੰਨਾ ਕਾਹਲਪਨ ਦਿਖਾ ਕੇ ਜਿਹੜਾ ਨੁਕਸਾਨ ਸਾਡਾ 26 ਜਨਵਰੀ ਨੂੰ ਹੋ ਚੁੱਕਾ ਆ, ਜਿਹਨੂੰ ਭਰਦੇ ਭਰਦੇ ਸਾਨੂੰ 3 ਮਹੀਨੇ ਦੁਬਾਰਾ ਹੋ ਗਿਆ, ਕੋਈ ਇਦਾਂ ਦਾ ਨੁਕਸਾਨ ਨਾ ਦੁਬਾਰਾ ਆਪਾਂ ਕਰੀਏ ਜਿਹਦੇ ਨਾਲ ਇਹ ਅੰਦੋਲਨ ਜਿਹੜਾ ਆ ਆਪਣਾ ਦਿਸ਼ਾਹੀਣ ਹੋ ਜਾਵੇ ਤੇ ਬਿਨਾਂ ਰਿਜ਼ਲਟ ਤੋਂ, ਬਿਨਾਂ ਨਤੀਜਿਆਂ ਤੋਂ ਅਸੀਂ ਮੁੜ ਕੇ ਆਪਣੇ ਘਰਾਂ ਨੂੰ ਜਾਈਏ। ਇਸ ਗੱਲ ਦਾ ਨੌਜਵਾਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ। ਤੁਸੀਂ ਦੇਖ ਰਹੇ ਆ ਪੰਜਾਬੀ ਨੈਸ਼ਨਲ ਟੀਵੀ, ਤੇ ਮੈਨੂੰ ਗੁਰਨਾਮ ਸਿੰਘ ਬਿਲਗਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।